ਚੰਡੀਗੜ੍ਹ ਦੇ ਵਿੱਚ ਬਕਾਇਦਾ ਤੌਰ ਪੰਜਾਬ ਦੇ ਲੋਕ ਕੋਈ ਜਗ੍ਹਾ ਹਰਿਆਣੇ ਨੂੰ ਨਹੀਂ ਲੈਣ ਦੇਣਗੇ, ਕੋਈ ਹੱਕ ਨਾ ਸਾਡੇ ਪਾਣੀਆਂ ਤੇ ਨਾ ਸਾਡੇ ਚੰਡੀਗੜ੍ਹ ਤੇ। ਕਿ ਨਾਲ ਦੀ ਨਾਲ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਸਟਰੋਂਗਲੀ ਪ੍ਰੋਟੈਸਟ ਕਰਕੇ ਆਉਣਾ ਚਾਹੀਦਾ ਸੀ ਵੀ ਇਹ ਛੇੜਖਾਨੀਆਂ ਬੰਦ ਕਰੋ, ਸਰਹੱਦੀ ਸੂਬਾ ਅੱਗੇ ਕਈ ਤਰ੍ਹਾਂ ਦੇ ਤਣਾਅ ਸੂਬੇ ਦੇ ਵਿੱਚ ਚੱਲ ਰਹੇ ਆ, ਅਮਨ ਕਾਨੂੰਨ ਦੀ ਸਥਿਤੀ ਮਾੜੀ ਆ, ਤੁਸੀਂ ਹੋਰ ਭਾਵਨਾਵਾਂ ਜਿਹੜੀਆਂ ਉਹ ਨਾ ਭੜਕਾਓ। ਕਿ ਹੁਣ ਸਿੱਧੇ ਤੌਰ ਤੇ ਜਿਹੜਾ ਹਰਿਆਣਾ ਦਖਲ ਦੇ ਰਿਹਾ ਚੰਡੀਗੜ੍ਹ ਦੇ ਮਾਮਲੇ ਨੂੰ ਲੈ ਕੇ ਜ਼ਮੀਨ ਪ੍ਰਾਪਤੀ ਦੀ ਗੱਲ ਕਰ ਰਿਹਾ ਹਰਿਆਣਾ ਵਿਧਾਨ ਸਭਾ ਦੇ ਲਈ। ਕੁਝ ਸਮੇਂ ਤੋਂ ਤੁਸੀਂ ਦੇਖੋ ਕੇਂਦਰ ਦੀ ਬੀਜੇਪੀ ਸਰਕਾਰ ਪੰਜਾਬ ਨੂੰ ਅਨਰੈਸਟ ਕਰਨ ਲਈ ਬਹੁਤ ਪਹਿਲੂਆਂ ਤੇ ਕੰਮ ਕਰ ਰਹੀ ਹੈ। ਉਹਨਾਂ ਤੋਂ ਇੱਕ ਇੰਪੋਰਟੈਂਟ ਪਹਿਲੂ ਚੰਡੀਗੜ੍ਹ ਦਾ ਹੈ। ਬੇਸਿਕਲੀ ਬੀਜੇਪੀ ਪੰਜਾਬ ਦੇ ਵਿੱਚ ਸਿਆਸਤ ਲਈ ਜ਼ਮੀਨ ਲੱਭ ਰਹੀ ਹੈ। ਉਹ ਜ਼ਮੀਨ ਉਹਨਾਂ ਨੂੰ ਉਦੋਂ ਹੀ ਲੱਭੇਗੀ ਜਦੋਂ ਮਾਹੌਲ ਖਰਾਬ ਹੋਏਗਾ। ਇਹ ਇੱਕ ਸਾਰੀ ਪਾਰਟੀਆਂ ਨੂੰ ਅੱਜ ਦੀ ਡੇਟ ਦੇ ਵਿੱਚ ਨਾ ਇੱਕ ਮੁੱਦਾ ਹੀ ਹੈਗਾ ਕਿ ਕੋਈ ਵੀ ਗੱਲ ਹੁੰਦੀ ਹੈ ਨਾ ਤੇ ਕੇਂਦਰ ਦੇ ਮੱਥੇ ਤੇ ਮੜ ਦਿਓ। ਜੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਬੀਜੇਪੀ ਦੇ ਲੀਡਰ ਨੂੰ ਇਨਵਾਈਟ ਕਰਦੀ ਹੈ ਕੇਂਦਰ ਦੇ ਰਿਪਰੈਜ਼ੈਂਟੇਸ਼ਨ ਦੇ ਲਈ ਤੇ ਪੰਜਾਬੀਆਂ ਦੇ ਹੱਕ ਦੇ ਵਿੱਚ ਪੰਜਾਬ ਦੇ ਹਿੱਤਾਂ ਦੇ ਵਿੱਚ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਕੇਂਦਰ ਦੇ ਵਿੱਚ ਰਿਪਰੈਜ਼ੈਂਟੇਸ਼ਨ ਦੇ ਕੇ ਜਾਵਾਂਗੇ। ਜਿਹੜਾ ਰਾਜੀਵ ਗਾਂਧੀ ਸਮਝੌਤਾ ਸੀਗਾ ਲੌਂਗੋਵਾਲ ਸਮਝੌਤਾ, ਮੈਂ ਕਹਿੰਦਾ ਮਾਨ ਦੀ ਗੱਲ ਹੁੰਦੀ ਹੈ ਰਾਜੀਵ ਗਾਂਧੀ ਲੌਂਗੋਵਾਲ ਸਮਝੌਤਾ ਇਹ ਲਾਗੂ ਕਰਵਾਉਂਦੇ, ਕਿਉਂਕਿ ਇਹਨਾਂ ਦੇ ਤੇ ਜਿਹੜਾ ਪ੍ਰਧਾਨ ਮੰਤਰੀ ਰਿਹਾ ਉਸ ਟਾਈਮ ਉਹਨੇ ਉਹ ਸਮਝੌਤਾ ਕੀਤਾ ਸੀ, ਇਹਨਾਂ ਦੀ ਪਾਰਟੀ ਦਾ ਮੁਖੀ ਸੀ। ਕਿਸੇ ਪਾਸੋਂ ਵੀ ਹੋਣ ਉਹ ਅੱਜ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ, ਚਾਹੇ ਉਹ ਕੇਂਦਰ ਸਰਕਾਰ ਹੋਵੇ ਚਾਹੇ ਉਹ ਹਰਿਆਣਾ ਸਰਕਾਰ ਹੋਵੇ ਜੀ, ਚਾਹੇ ਉਹ ਬਾਹਰਲੀਆਂ ਤਾਕਤਾਂ ਨੇ, ਉਹ ਵੀ ਅੱਜ ਪੰਜਾਬ ਉੱਤੇ ਕਬਜ਼ਾ ਕਰਨ ਨੂੰ ਫਿਰਦੀਆਂ। ਬਿਲਕੁਲ ਪੰਜਾਬ ਦੇ ਹਿੱਤਾਂ ਦੇ ਜੇ ਤੁਸੀਂ ਪਹਿਰੇਦਾਰ ਹੁੰਦੇ ਤਾਂ ਤੁਸੀਂ ਇਹਨੂੰ ਇੰਨੇ ਈਜ਼ੀਲੀ ਤੁਸੀਂ ਅਸੈਪਟ ਨਹੀਂ ਸੀ ਕਰਦੇ ਹੈਗੇ। ਇਹ ਜਿਹੜਾ ਉੱਥੇ ਟੈਂਪਰੇਰੀ ਜਿਹੜਾ ਹਰਿਆਣਾ ਉੱਥੇ ਲਗਾਤਾਰ ਬੈਠਾ ਹੋਇਆ, ਤੁਸੀਂ ਉਹਦੇ ਤੇ ਕੋਈ ਸੰਘਰਸ਼ ਨਹੀਂ ਕੀਤਾ, ਕੱਖ ਨਹੀਂ ਕੀਤਾ ਤੁਸੀਂ ਉਹਦੇ ਤੇ। ਠੀਕ ਹੈ ਨਾ, ਐਵੇਂ ਪਿਛੋਕੜ ਨੂੰ ਤੁਰੇ ਜਾਓ। ਅੱਜ ਤੁਸੀਂ ਲਟਾਉਣ ਲੱਗੇ ਹੋਏ ਪੰਜਾਬ ਨੂੰ, ਚਾਹੇ ਉਹ ਕੇਂਦਰ ਕਬਜ਼ਾ ਕਰ ਰਿਹਾ ਚਾਹੇ ਹਰਿਆਣਾ ਕਬਜ਼ਾ ਕਰ ਰਿਹਾ। ਕਿਉਂ ਪੰਜਾਬ ਨੂੰ ਚੰਡੀਗੜ੍ਹ ਤੋਂ ਬਾਹਰ ਧੱਕਿਆ ਜਾ ਰਿਹਾ? ਹੁਣ ਰਾਜਧਾਨੀ ਦੀ ਜਦੋਂ ਗੱਲ ਕਰਦੇ ਹਾਂ ਤਾਂ ਸਿੱਧੇ ਤੌਰ ਤੇ ਜ਼ਮੀਨ ਜਿਹੜੀ ਹਰਿਆਣਾ ਵੱਲੋਂ ਵਿਧਾਨ ਸਭਾ ਲਈ ਜਿਸ ਤਰ੍ਹਾਂ ਹਥਿਆਈ ਜਾ ਰਹੀ ਹੈ। 19 ਸਾਲਾਂ ਦੇ ਵਿੱਚ 52 ਤੋਂ 66 ਦੇ ਲਾਈਏ ਤਾਂ 14 ਸਾਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਰਹੀ ਹੈ। ਉਸ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਹੈ ਹੀ ਨਹੀਂ। ਸੋ ਮਸਲਾ ਚੰਡੀਗੜ੍ਹ ਦਾ ਜਿਹੜਾ ਉਲਝਿਆ ਹੋਇਆ ਹੈਗਾ, ਉਹਦੇ ਵਿੱਚ ਕੋਈ ਵੀ ਬੰਦਾ ਆਪਾਂ ਉਸ ਨੂੰ ਕਲੀਨ ਚਿੱਟ ਨਹੀਂ ਦੇ ਸਕਦੇ। ਨਹਿਰੂ ਲਾ ਲਈਏ, ਇੰਦਰਾ ਗਾਂਧੀ ਲਾ ਲਈਏ, ਮੋਦੀ ਲਾ ਲਈਏ ਜਾਂ ਹੋਰ ਜਿੰਨੇ ਪ੍ਰਧਾਨ ਮੰਤਰੀ ਆਏ। ਕਿਸੇ ਸਰਕਾਰ ਨੇ ਇਸ ਮੁੱਦੇ ਨੂੰ ਇਦਾਂ ਡਿਵੀਏਟ ਕਰਨ ਦੀ, ਤੋੜਨ ਦੀ, ਮਿਸਯੂਜ਼ ਕਰਨ ਦੀ ਜਾਂ ਪੰਜਾਬ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਇਹ ਵੀ ਇੱਕ ਸੱਚ ਹੈ। ਅੱਜ ਅਗਰ ਤੁਹਾਡੀ ਸਰਕਾਰ ਦੇ ਰਹਿੰਦੇ ਆ ਚੰਡੀਗੜ੍ਹ ਦੇ ਵਿੱਚ ਹਰਿਆਣੇ ਵਾਲੇ ਵਿਧਾਨ ਸਭਾ ਬਣਾ ਜਾਂਦੇ ਆ ਤਾਂ ਤੁਹਾਡੀ ਜਵਾਬਦੇਹੀ ਹੈ। ਤੁਸੀਂ ਸਰਕਾਰ 'ਚ ਬੈਠੇ ਹੋ। ਮੰਗ ਕੌਣ ਰਿਹਾ ਹੈ? ਹਰਿਆਣੇ 'ਚ ਬੀਜੇਪੀ ਦੀ ਸਰਕਾਰ ਮੰਗ ਰਹੀ ਹੈ। ਦਏਗਾ ਕੌਣ ਪਰਮਿਸ਼ਨ? ਸੈਂਟਰ ਗਵਰਨਮੈਂਟ ਦੇਗੀ ਤੁਹਾਡੀ ਬੀਜੇਪੀ ਦੀ। ਤੁਸੀਂ ਉਹਨਾਂ ਦਾ ਖੰਡਨ ਕਰੋ ਪਹਿਲਾਂ, ਫੇਰ ਸਾਡੇ ਨਾਲ ਚੱਲੋ। ਕਪੂਰ ਜੀ, ਤੁਹਾਡਾ ਕਹਿਣਾ ਇਹ ਹੈ ਕਿ ਤੁਸੀਂ ਇੱਕ ਚੌਂਕੀਦਾਰ ਰੱਖਿਆ ਆਪਣੇ ਘਰ ਵਾਸਤੇ ਤੇ ਚੋਰੀ ਹੋ ਰਹੀ ਹੈ ਤੇ ਚੌਂਕੀਦਾਰ ਤੁਹਾਨੂੰ ਆਵਾਜ਼ ਮਾਰੂਗਾ ਤਾਂ ਤੁਸੀਂ ਉੱਠੋਗੇ। ਕਿਸੇ ਵੀ ਪਾਰਟੀ ਨੇ ਪੰਜਾਬ ਸਰਕਾਰ ਦੇ ਪੈਸੇ ਨਾਲ ਕਿਸੇ ਦੂਜੀ ਸਟੇਟ ਨੂੰ ਐਡਵਰਟਾਈਜ਼ਮੈਂਟ ਨਹੀਂ ਦਿੱਤੀ। ਇਹ ਪਹਿਲੀ ਵਾਰ ਪੰਜਾਬ ਦੇ ਇਤਿਹਾਸ 'ਚ ਹੋਇਆ ਕਿ ਪੰਜਾਬੀਆਂ ਦੇ ਪੈਸੇ ਨਾਲ ਗੁਜਰਾਤੀ ਟੀਵੀ ਚੈਨਲਾਂ ਤੇ ਐਡ ਚੱਲ ਰਹੀ ਹੈ ਗੁਜਰਾਤੀ ਦੇ ਵਿੱਚ। ਤੁਸੀਂ ਬਿਹਾਰ ਦੇ ਪੰਗੇ ਲਿਆ ਕੇ ਤੁਸੀਂ ਨਾਲ ਬਿਠਾ ਲਓ ਆਪਣੇ, ਜਿਹੜੇ ਦਫ਼ਤਰ ਨੂੰ ਆਪਰੇਟ ਕਰ ਰਹੇ ਆ, ਜਿਹੜੇ ਨਾਲੇ ਮੁੱਖ ਮੰਤਰੀ ਨੂੰ ਆਪਰੇਟ ਕਰਦੇ ਆ, ਜਿਹੜੇ ਮੰਤਰੀਆਂ ਨੂੰ ਆਪਰੇਟ ਕਰਦੇ ਆ। ਤੁਹਾਡੇ ਮੰਤਰੀਆਂ ਦੀ ਕੈਪੈਸਿਟੀ ਕੋਈ ਨਹੀਂ ਹੈਗੀ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਪੰਜਾਬ ਦੇ ਮੁੱਦਿਆਂ ਦਾ ਜਦੋਂ ਜ਼ਿਕਰ ਆਉਂਦਾ ਹੈ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਹੱਕਾਂ ਦੇ ਜੋ ਡਾਕੇ ਦੀ ਗੱਲ ਕਰਦੇ ਹਾਂ ਤਾਂ ਉਹਦੀ ਲੜੀ ਬਹੁਤ ਲੰਬੀ ਚਲੀ ਜਾਂਦੀ ਹੈ। ਜੋ ਹੁਣ ਆਪਾਂ ਮੌਜੂਦਾ ਸਮੇਂ ਦੀ ਗੱਲ ਕਰਦੇ ਹਾਂ, ਜਿਸ ਤਰੀਕੇ ਨਾਲ ਹਰਿਆਣਾ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਕਿ ਚੰਡੀਗੜ੍ਹ ਜਿਹੜਾ ਕਿ ਬੁਨਿਆਦੀ ਤੌਰ 'ਤੇ ਪੰਜਾਬ ਦੀ ਰਾਜਧਾਨੀ, ਪੰਜਾਬ ਦਾ ਹੱਕ, ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ,
ਔਰ ਬਹੁਤ ਸਾਰੇ ਪੰਜਾਬੀ ਆਖਦੇ ਆ ਕਿ ਸਾਨੂੰ ਦੁਬਾਰਾ ਉਜੜਨਾ ਪਿਆ। ਇੱਕ ਵਾਰੀ ਜਦੋਂ ਪਾਕਿਸਤਾਨ ਤੋਂ ਉਜੜ ਕੇ ਆਏ ਤੇ ਜਦੋਂ ਚੰਡੀਗੜ੍ਹ ਵਸਿਆ ਫਿਰ ਇੱਕ ਵਾਰੀ ਉਹਨਾਂ ਨੂੰ ਉਜੜਨਾ ਪਿਆ ਉਹਨਾਂ ਪਿੰਡਾਂ ਨੂੰ। ਹਰਿਆਣਾ ਕਹਿ ਰਿਹਾ ਕਿ ਰੇਲਵੇ ਸਟੇਸ਼ਨ ਦੇ ਨੇੜੇ ਅਸੀਂ ਵੱਖਰੀ ਆਪਣੀ ਵਿਧਾਨ ਸਭਾ ਬਣਾਉਣੀ ਹੈ, ਜਦੋਂ ਕਿ ਐਕਟ ਮੁਤਾਬਕ ਸਮਝੌਤੇ ਮੁਤਾਬਕ ਹਰਿਆਣਾ ਦਾ ਕੋਈ ਅਧਿਕਾਰ ਨਹੀਂ ਹੈ ਕਿ ਚੰਡੀਗੜ੍ਹ 'ਚ ਵੱਖਰੇ ਤੌਰ 'ਤੇ ਜ਼ਮੀਨ ਲੈ ਕੇ ਹਰਿਆਣਾ ਆਪਣੀ ਜਿਹੜੀ ਹੈਗੀ ਹੈ ਵਿਧਾਨ ਸਭਾ ਬਣਾਏ। ਇਸ ਮੁੱਦੇ 'ਤੇ ਕੇਵਲ ਗੱਲ ਇੰਨੀ ਨਹੀਂ ਹੈ, ਪੰਜਾਬ ਦੇ ਅੰਦਰ ਵੀ ਹਾਕਮ ਧਿਰ ਦੇ ਵਿਰੋਧੀ ਧਿਰਾਂ ਵੱਲੋਂ ਜਿੱਥੇ ਸਵਾਲ ਉਠਾਏ ਜਾ ਰਹੇ ਆ, ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ, ਉੱਥੇ ਹੀ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਜਿਹੜੀ ਕਿ ਮੌਜੂਦਾ ਸਰਕਾਰ ਹੈ ਉਹਨਾਂ 'ਤੇ ਵੀ ਸਵਾਲ ਉਠਾ ਰਹੀ ਕਿ ਐਡਾ ਵੱਡਾ ਮੁੱਦਾ ਹੈ, ਚੁੱਪੀ ਕਿਉਂ ਹੈ? ਆਖਰ ਕੌਣ ਲੜਾਈ ਲੜ ਰਿਹਾ ਇਹਨਾਂ ਮੁੱਦਿਆਂ 'ਤੇ? ਆਪਾਂ ਇਹਨਾਂ ਸਵਾਲਾਂ 'ਤੇ ਆਪਣੇ ਮਹਿਮਾਨਾਂ ਨਾਲ ਕਰਾਂਗੇ ਗੱਲ। ਮਹਿਮਾਨਾਂ ਦੀ ਜਾਣ ਪਛਾਣ ਕਰਾਉਣ ਤੋਂ ਪਹਿਲਾਂ ਮੈਂ ਦਰਸ਼ਕਾਂ ਨਾਲ ਪੰਜਾਬ ਦੇ 2 ਵੱਡੇ ਸੀਨੀਅਰ ਕੱਦਾਵਰ ਜਿਹੜੇ ਰਾਜਸੀ ਆਗੂ ਹੈ ਉਹ ਇਸ ਮੁੱਦੇ 'ਤੇ ਕੀ ਆਖਦੇ ਆ, ਉਹ ਜ਼ਰਾ ਉਹਨਾਂ ਨੂੰ ਸੁਣ ਲੈਂਦੇ ਹਾਂ। ਪਹਿਲਾਂ ਸੁਣਦੇ ਹਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕੀ ਆਖਦੇ ਹੈ ਇਸ ਮੁੱਦੇ 'ਤੇ। ਚੰਡੀਗੜ੍ਹ ਬਕਾਇਦਾ ਤੌਰ ਪੰਜਾਬ ਦਾ ਹਿੱਸਾ ਫॉर ਦੀ ਟਾਈਮ ਬੀਇੰਗ ਹਰਿਆਣੇ ਨੂੰ ਐਜ਼ ਕਿਰਾਏਦਾਰ ਰਹਿਣ ਦਾ ਮੌਕਾ ਦਿੱਤਾ ਹੈ। ਕਿਰਾਏਦਾਰ ਨੇ, ਸਾਡੇ ਮਾਲਕ ਅਸੀਂ ਹਰਿਆਣੇ ਵਾਲੇ, ਤੇ ਕਿਰਾਏਦਾਰ ਨੂੰ ਉਸ ਮਕਾਨ ਦੇ ਉੱਤੇ ਕੋਈ ਨਵੀਂ ਬਿਲਡਿੰਗ ਛੱਤਣ ਦਾ ਕੋਈ ਹੱਕ ਨਹੀਂ ਹੁੰਦਾ। ਇਹ ਪੰਚਕੂਲੇ ਵਿੱਚ ਲੈਣ ਅਸੀਂ ਮੋਸਟ ਇਹਨਾਂ ਨੂੰ ਵੈਲਕਮ ਕਵਾਂਗੇ, ਨਹੀਂ ਤੇ ਅਸੀਂ ਤੇ ਕਹਿੰਦੇ ਪੰਜੌਰ ਜਾਣ ਗਾਰਡਨ ਚ, ਉੱਥੇ ਹੋਰ ਆਬੋ ਹਵਾ ਵੀ ਸਾਫ਼ ਹੈ, ਉੱਥੇ ਐਮਐਲਏ ਦਾ ਹੋਸਟਲ ਬਣਾਉਣ, ਵਧੀਆ ਠੰਡੀ ਹਵਾ ਆਇਆ ਕਰੇ ਹਰਿਆਣੇ ਦੇ ਐਮਐਲਏ ਨੂੰ, ਸਪੀਕਰ ਸਾਹਿਬ ਨੂੰ ਵੀ। ਚੰਡੀਗੜ੍ਹ ਦੇ ਵਿੱਚ ਬਕਾਇਦਾ ਤੌਰ ਪੰਜਾਬ ਦੇ ਲੋਕ ਕੋਈ ਜਗ੍ਹਾ ਹਰਿਆਣੇ ਨੂੰ ਨਹੀਂ ਲੈਣ ਦੇਣਗੇ, ਕੋਈ ਹੱਕ ਨਾ ਸਾਡੇ ਪਾਣੀਆਂ ਤੇ ਨਾ ਸਾਡੇ ਚੰਡੀਗੜ੍ਹ ਤੇ। ਇਹਨਾਂ ਨੇ ਲੈਣੀ ਜ਼ਮੀਨ ਪੰਚਕੂਲੇ ਲੈਣ, ਪੰਚਕੂਲਾ ਇਹਨਾਂ ਦਾ, ਉੱਥੇ ਬਣਾ ਲੈਣ, ਪੰਜੌਰ ਬਣਾ ਲੈਣ, ਕੋਈ ਉਹਦੇ ਤੋਂ ਵੀ ਉਤਾਂ ਕਿਤੇ ਨੂੰ ਜਾਣਾ ਚਾਹੁੰਦੇ ਉੱਥੇ ਚਲੇ ਜਾਣ। ਬਟ ਚੰਡੀਗੜ੍ਹ ਦੇ ਵਿੱਚ ਬਕਾਇਦਾ ਤੌਰ ਇਹ ਪੰਜਾਬ ਦੇ ਨਾਲ ਜ਼ਿਆਦਤੀਆਂ ਦੀ ਜਿਹੜੀ ਫਰਿਸ਼ਤ ਹੈ ਹੋਰ ਲੰਬੀ ਹੁੰਦੀ ਜਾਏਗੀ ਜੇ ਇਹ ਕੰਮ ਕਰਨਗੇ। ਕੇਂਦਰ ਸਰਕਾਰ ਜਿਹੜੀ ਹੈ ਕੀ ਸੋਚ ਕੇ ਹਰਿਆਣੇ ਦਾ ਕਬਜ਼ਾ ਕਰਾ ਰਹੀ ਹੈ ਕਿ ਪੰਜਾਬ ਸੂਬਾ ਨਹੀਂ ਹੈ, ਕਿ ਪੰਜਾਬ ਦੀ ਦੇਸ਼ ਨੂੰ ਦੇਣ ਨਹੀਂ ਹੈ? ਇਸ ਕਰਕੇ ਗ੍ਰਹਿ ਮੰਤਰੀ ਜੀ ਨੂੰ ਇਹ ਸੋਚਣਾ ਚਾਹੀਦਾ। ਲੇਕਿਨ ਸਭ ਤੋਂ ਜਿਹੜੀ ਦੁਖਦਾਈ ਗੱਲ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਪਤਾ ਕਿ ਮੇਰੀ ਡਿਊਟੀ ਕੀ ਹੈ। ਜਦੋਂ ਗ੍ਰਹਿ ਮੰਤਰੀ ਨੇ ਸਟੇਟਮੈਂਟ ਦਿੱਤੀ ਸੀ ਉਦੋਂ ਵੀ ਇਹਨਾਂ ਨੇ ਹਾਸੋਹੀਣੀ ਸਟੇਟਮੈਂਟ ਦਿੱਤੀ ਕਿ ਸਾਨੂੰ ਵੀ ਜਗ੍ਹਾ ਦਿੱਤੀ ਜਾਵੇ। ਮਾਲਕ ਨੂੰ ਨਹੀਂ ਪਤਾ ਕਿ ਮੇਰੇ ਮਾਲਕ ਨਾਲ ਹੱਕ ਨੇ, ਤੇ ਉਹਨਾਂ ਨੇ ਇਦਾਂ ਦੀ ਹਾਸੋਹੀਣੀ ਸਟੇਟਮੈਂਟ ਦਿੱਤੀ। ਹੁਣ ਕੱਲ੍ਹ ਦੇ ਜਿਹੜੇ ਆ ਉੱਥੇ ਹਰਿਆਣੇ ਦੇ ਸਪੀਕਰ ਸਾਹਿਬ ਜਾ ਕੇ ਆਏ, ਤੇ ਇਹਨਾਂ ਨੂੰ ਤਾਂ ਕੱਲ੍ਹ ਹੀ ਨੀਂਦ ਨਹੀਂ ਸੀ ਆਉਣੀ ਚਾਹੀਦੀ ਕਿ ਨਾਲ ਦੀ ਨਾਲ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਸਟਰੋਂਗਲੀ ਪ੍ਰੋਟੈਸਟ ਕਰਕੇ ਆਉਣਾ ਚਾਹੀਦਾ ਸੀ ਵੀ ਇਹ ਛੇੜਖਾਨੀਆਂ ਬੰਦ ਕਰੋ, ਸਰਹੱਦੀ ਸੂਬਾ ਅੱਗੇ ਕਈ ਤਰ੍ਹਾਂ ਦੇ ਤਣਾਅ ਸੂਬੇ ਦੇ ਵਿੱਚ ਚੱਲ ਰਹੇ ਆ, ਅਮਨ ਕਾਨੂੰਨ ਦੀ ਸਥਿਤੀ ਮਾੜੀ ਆ, ਤੁਸੀਂ ਹੋਰ ਭਾਵਨਾਵਾਂ ਜਿਹੜੀਆਂ ਉਹ ਨਾ ਭੜਕਾਓ। ਜਿਹੜੇ ਵੱਡੇ ਆਗੂ ਹੈ ਪ੍ਰਤਾਪ ਸਿੰਘ ਬਾਜਵਾ ਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਉਹਨਾਂ ਨੇ ਚੰਡੀਗੜ੍ਹ ਦੇ ਮੁੱਦੇ 'ਤੇ ਹਰਿਆਣਾ ਦਾ ਜਿਹੜਾ ਪੱਖ ਹੈ ਵਿਚਾਰ ਸੁਣਿਆ, ਆਪਾਂ ਕੀ ਗੱਲ ਕਰ ਰਹੇ ਆ। ਇਸ ਤੋਂ ਬਾਅਦ ਆਪਾਂ ਮਹਿਮਾਨਾਂ ਨਾਲ ਆਪਣੀ ਜਾਣ ਪਛਾਣ ਕਰਕੇ ਇਹਨਾਂ ਮੁੱਦਿਆਂ 'ਤੇ ਸਵਾਲ ਲਵਾਂਗੇ। ਸਾਡੇ ਨਾਲ ਆਮ ਆਦਮੀ ਪਾਰਟੀ ਵੱਲੋਂ ਇੰਦਰਜੀਤ ਸਿੰਘ ਸੰਧੂ ਜੁੜੇ ਹੋਏ ਆ, ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਵੱਲੋਂ ਅਮਰਤ ਬਾਵਾ ਜੀ ਨੇ, ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਜੀਤ ਭੁੱਲਰ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਿੰਦਰ ਸਿੰਘ ਜੀ ਨੇ, ਤੇ ਜੀ ਕੇਂਦਰ ਦੀ ਧਿਰ ਦੀ ਨੁਮਾਇੰਦਗੀ ਕਰਨ ਵਾਲੇ ਜਿਹੜੇ ਕਹਿਣ ਤੋਂ ਭਾਵ ਹੈ ਭਾਰਤੀ ਜਨਤਾ ਪਾਰਟੀ ਸੰਜੇ ਕਪੂਰ, ਉਹ ਵੀ ਸਾਡੇ ਨਾਲ ਜੁੜੇ ਆ। ਸਾਰੇ ਮਹਿਮਾਨਾਂ ਨੂੰ ਤੁਹਾਡੇ ਵੱਲੋਂ ਮੈਂ ਜੀ ਆਖਦਾ, ਵੈਲਕਮ ਕਰਦਾ। ਸੰਧੂ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਜਿਸ ਤਰੀਕੇ ਨਾਲ ਹਰਿਆਣਾ ਨੇ ਆਪਣਾ ਦਾਅਵਾ ਪੇਸ਼ ਕੀਤਾ ਹੈ, ਗਵਰਨਰ ਦੀ ਗੱਲ ਕਰ ਰਹੇ ਹੈ, ਕੇਂਦਰ ਦੀ ਗੱਲ ਕਰ ਰਿਹਾ ਹੈ ਕਿ ਸਾਨੂੰ ਜਿਹੜੀ ਵੱਖਰੀ ਤੌਰ 'ਤੇ ਵਿਧਾਨ ਸਭਾ ਦੇ ਲਈ ਜ਼ਮੀਨ ਲੈਣ ਦੇ ਲਈ ਬਜ਼ਿਦ ਹੈ, ਅਤੇ ਲੱਗ ਰਿਹਾ ਕਿ ਵੀ ਉਹ ਇਹਦੇ 'ਚ ਕਾਮਯਾਬ ਵੀ ਹੋਣਗੇ, ਤਾਂ ਸਵਾਲ ਉੱਠ ਰਹੇ ਆ ਬਹੁਤ ਵੱਡੇ ਵਿਰੋਧੀ ਧਿਰਾਂ ਵੱਲੋਂ ਕਿ ਪੰਜਾਬ ਸਰਕਾਰ ਦੀ ਇਸ ਮਾਮਲੇ 'ਤੇ ਚੁੱਪੀ ਕਿਉਂ ਹੈ? ਕੋਈ ਹੈ ਇਹੋ ਜਿਹੀ ਗੱਲ ਸੰਧੂ ਸਾਹਿਬ? ਦੇਖੋ ਸਿੱਧੂ ਸਾਹਿਬ, ਸਾਰੇ और सारी पॉलिटिकल पार्टियां प्लेटफॉर्म की शुरुआत हो गई कि चंडीगढ़ जा और इसका तो बिल्कुल भी संपूर्ण नहीं है, क्योंकि पंजाब के पिंड प्रधान की पहला की गिनती जी 22 की होके 28 डिसीजन दी है, जो मेरे को लिस्ट है उस तो बाद जी बढ़ती गई तो तकरीबन 38-40 के करीब में पिंड ਜਿਹੜੇ ਉਹ ਬਣ ਜਾਂਦੇ ਨੇ। ਇਹ ਸਾਰਾ ਉਜਾੜਾ
ਪੰਜਾਬ ਦਾ ਹੋਇਆ ਉਹ ਦੂਜੀ ਗੱਲ ਲੌਜੀਕਲੀ ਗੱਲ ਕਿ ਜਿਹੜੇ ਵੀ ਸੂਬੇ ਦੀ ਕੋਈ ਰਾਜਧਾਨੀ ਹੁੰਦੀ ਹੈ, ਜੇ ਕੋਈ ਉਹਦੇ ਵਿੱਚ ਦੂਜਾ ਨਵਾਂ ਸੂਬਾ ਬਣਦਾ ਤਾਂ ਉਹ ਆਪਣੀ ਵੱਖਰੀ ਰਾਜਧਾਨੀ ਬਣਾਉਂਦਾ ਹੈ। ਔਰ ਜਦੋਂ ਇਹ 66 ਦੇ ਵਿੱਚ ਹੋਇਆ ਸੀ, ਪਹਿਲੀ ਤਾਂ ਗੱਲ ਹੈ ਵੱਖਰੇ ਸੂਬੇ ਦਾ ਕਨਸੈਪਟ ਵੀ ਜਿਹੜਾ ਇਹ ਵੀ ਇੱਕ ਕੰਟਰੋਵਰਸੀ ਹੈ। ਖੈਰ ਉਦੋਂ ਅਕਾਲੀ ਦਲ ਨੇ ਕੁਝ ਸੰਘਰਸ਼ ਕੀਤਾ ਤੇ ਆਪਦਾ ਵੱਖਰੀ ਸੂਬਾ ਜਦੋਂ ਬਣਾਇਆ ਤੇ ਉਹਦੇ ਵਿੱਚ ਇਹਨਾਂ ਜਦਮਾਨੀ ਕੀਤੀ, ਇਹਨਾਂ ਨੇ ਇਸ ਗੱਲ ਤੇ ਕੰਪਰੋਮਾਈਜ਼ ਜਿਹੜਾ ਉਹ ਬੜੀ ਛੇਤੀ ਕਰ ਲਿਆ ਵੀ ਜਦੋਂ ਵੱਖਰੀ ਰਾਜਧਾਨੀ ਦੀ ਉਹਨਾਂ ਨੇ ਸ਼ਾਇਦ ਕੋਈ ਨਿਸ਼ਾਨਦੇਹੀ ਕੀਤੀ ਜਾਂ ਨਹੀਂ ਕੀਤੀ ਤਾਂ ਇਹਨਾਂ ਨੇ ਛੇਤੀ ਇਸ ਗੱਲ ਤੇ ਐਗਰੀ ਹੋ ਗਏ ਤੇ ਉਹ ਜਿਹੜੀ ਚੰਡੀਗੜ੍ਹ ਦੇ ਵਿੱਚ ਹੀ ਉਹਨਾਂ ਨੇ ਟੈਂਪਰੇਰੀ ਜੋ ਕੇਂਦਰ ਨੇ ਉਦੋਂ ਉਸ ਵਿਸ਼ਵਾਸ ਦਿਵਾਇਆ ਸੀ ਕਿ ਟੈਂਪਰੇਰੀ ਜਿਹੜੀ ਇੱਥੇ ਚੰਡੀਗੜ੍ਹ ਰਾਜਧਾਨੀ ਹੈ ਦੋਵਾਂ ਸੂਬਿਆਂ ਦੀ ਹੋਵੇਗੀ। ਪਰ ਬਾਅਦ ਵਿੱਚ ਉਹ ਜਿਹੜੀ ਕਹਿੰਦੇ ਨੇ ਅੱਗ ਲੈਣ ਆਈ ਤੇ ਮਾਲਕ ਨੂੰ ਬਣ ਬੈਠੀ ਤੇ ਫਿਰ ਉਹ ਮਾਲਕ ਹੀ ਆਪਣੇ ਆਪ ਨੂੰ ਸਮਝਣ ਲੱਗ ਗਏ। ਇਹੀ ਕਾਰਨ ਹੈ ਕਿ ਹੁਣ ਤੱਕ ਕੇਂਦਰ ਨੇ ਜਿਹੜਾ ਉਹ ਜਾਤੀਆਂ ਤੇ ਜਾਤੀਆਂ ਦੇ ਜਾਂਦਾ ਪਹਿਲਾਂ ਹੀ ਸਾਡੇ ਉਹਦੀ ਜਜ਼ਬਾਤ ਜਿਹੜੀ ਦੇਸ਼ੋਂ ਹੈ ਉਹਦੇ ਮੁਤਾਬਕ ਜਿਹੜੇ ਸਰਵਿਸ ਕੰਪਨੀ ਵਾਲਿਆਂ ਦੀ ਗੱਲ, ਪੰਜਾਬ ਯੂਨੀਵਰਸਿਟੀ ਦੀ ਗੱਲ, ਚੰਡੀਗੜ੍ਹ ਦਾ ਕੇਂਦਰੀ ਕੰਮ ਦੀ ਗੱਲ, ਹਰ ਤਰੀਕੇ ਨਾਲ ਇਸ ਹੋਣ ਦਾ ਪਲਾਨ ਬਣਿਆ ਹੋਇਆ। ਔਰ ਹੁਣ ਜਿਵੇਂ ਅਸੀਂ ਕਾਰਨ ਕੋਈ ਹੈ ਆਪਣਾ ਜੋ ਵੀ ਇਮਾਰਤ ਬਣਾਉਣਾ ਚਾਹੁੰਦੇ ਨੇ ਨਵੀਂ ਕੰਪਨੀ ਬਣਾਉਣ, ਇਹਨਾਂ ਕੋਲ ਬਹੁਤ ਜ਼ਿਆਦਾ ਜਗ੍ਹਾ ਜਿਹੜੀਆਂ ਹੈਗੀਆਂ ਨੇ, ਭਾਵੇਂ ਪੰਚਕੂਲਾ ਹਾਈਵੇ ਹੈ ਜਿਹੜੀ ਹਾਈਵੇ ਬਹੁਤ ਸਾਰੇ ਸ਼ਹਿਰ ਡਿਵੈਲਪ ਹੋਏ ਜ਼ਿਆਦਾ ਕਰ ਸਕਦੇ। ਸੰਸਦ ਤੁਹਾਡਾ ਵਿਊ ਪੁਆਇੰਟ ਆ ਗਿਆ। ਮੈਂ ਫੇਰ ਆਵਾਂਗੇ ਇਸ ਮੁੱਦੇ ਤੇ ਤੁਹਾਡੇ ਵੱਲ ਜਿਹੜਾ ਹੈਗਾ ਅਮਿਤ ਬਾਵਾ। ਆਪਾਂ ਹਾਕਮ ਧਿਰ ਦੇ ਨਾਲ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ ਵਿਰੋਧੀ ਧਿਰ ਦੀ ਭੂਮਿਕਾ ਕਾਂਗਰਸ ਸਦਨ ਦੇ ਅੰਦਰ ਤੇ ਬਾਹਰ ਨਿਭਾ ਰਹੀ ਹੈ। ਤੁਸੀਂ ਆਪ ਵੀ ਜਿਹੜਾ ਕਾਂਗਰਸ ਦੇ ਯੁਵਾ ਆਗੂ ਦੇ ਤੌਰ ਤੇ ਜਾਣੇ ਪਛਾਣੇ ਚਿਹਰੇ ਰਹੇ ਹੋ। ਵੱਡਾ ਮੁੱਦਾ ਜਿਸ ਮਾਮਲੇ ਤੇ ਆਪਾਂ ਬਾਵਾ ਜੀ ਗੱਲ ਕਰਨ ਜਾ ਰਹੇ ਹਾਂ ਕਿ ਹੁਣ ਸਿੱਧੇ ਤੌਰ ਤੇ ਜਿਹੜਾ ਹਰਿਆਣਾ ਦਖਲ ਦੇ ਰਿਹਾ ਚੰਡੀਗੜ੍ਹ ਦੇ ਮਾਮਲੇ ਨੂੰ ਲੈ ਕੇ ਜ਼ਮੀਨ ਪ੍ਰਾਪਤੀ ਦੀ ਗੱਲ ਕਰ ਰਿਹਾ ਹਰਿਆਣਾ ਵਿਧਾਨ ਸਭਾ ਦੇ ਲਈ, ਕਿਵੇਂ ਦੇਖਦੇ ਹੋ? ਕਿਉਂਕਿ ਬਹੁਤ ਵੱਡਾ ਇਸ਼ੂ ਹੈ। ਇਹਦੇ ਨਾਲ ਤਾਂ ਇਹ ਕਿ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਵਾਲਾ ਜਿਹੜਾ ਮਾਮਲਾ ਹੁਣ ਤੱਕ ਜਿਹੜੀਆਂ ਦਾਅਵੇਦਾਰੀਆਂ ਸੀ ਉਹ ਸਿਰਫ ਕਾਗਜ਼ਾਂ 'ਚ ਹੀ ਸੀਮਤ ਰਹਿੰਦੀਆਂ ਨਜ਼ਰ ਆਉਂਦੀਆਂ। ਬਾਵਾ ਜੀ ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ। ਇਸ ਮਾਮਲੇ ਦੇ ਵਿੱਚ ਸੰਧੂ ਸਾਹਿਬ, ਇਸ ਮਾਮਲੇ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਉਹ ਦੋ ਪਹਿਲੂ ਨੇ, ਇੱਕ ਟੈਕਨੀਕਲ ਐਂਗਲ ਹੈ ਤੇ ਇੱਕ ਸਿਆਸੀ ਐਂਗਲ ਹੈ। ਜੇ ਅਸੀਂ ਟੈਕਨੀਕਲੀ ਗੱਲ ਕਰਦੇ ਹਾਂ ਤਾਂ ਜਿਹੜਾ 1952 ਦਾ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ ਆਇਆ ਸੀਗਾ ਜੀ, ਜਿਹਨੂੰ ਆਪਾਂ ਕਹਿੰਦੇ ਆ ਦ ਕੈਪੀਟਲ ਆਫ ਪੰਜਾਬ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1952, ਉਹਦੇ ਮੁਤਾਬਿਕ ਚੰਡੀਗੜ੍ਹ ਪੰਜਾਬ ਦੀ ਕੈਪੀਟਲ ਹੈ, ਰਾਜਧਾਨੀ ਹੈ। ਉਹ ਤੋਂ ਬਾਅਦ ਸਟੇਟ ਰੀਆਰਗੇਨਾਈਜੇਸ਼ਨ ਜਦੋਂ 1966 ਵਿੱਚ ਹੋਈ, ਜਿੱਥੇ ਪੰਜਾਬ ਦੇ ਵਿੱਚੋਂ ਹਰਿਆਣਾ ਕਾਰਵ ਆਊਟ ਹੋਇਆ, ਦੋ ਯੂਨੀਅਨ ਟੈਰੀਟਰੀਜ਼ ਬਣੀ, ਇੱਕ ਚੰਡੀਗੜ੍ਹ ਦੀ ਤੇ ਇੱਕ ਹਿਮਾਚਲ ਪ੍ਰਦੇਸ਼ ਦੀ। ਉਸ ਰੀਆਰਗੇਨਾਈਜੇਸ਼ਨ ਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਲਿਖੀ ਜਾਂ ਇਸ ਗੱਲ ਦਾ ਜ਼ਿਕਰ ਹੋਇਆ ਕਿ ਚੰਡੀਗੜ੍ਹ ਦਾ ਕੋਈ ਪਾਰਟੀਸ਼ਨ ਹੋਏਗਾ ਜਾਂ ਚੰਡੀਗੜ੍ਹ ਹਰਿਆਣੇ ਦਾ ਉਹਦੇ ਵਿੱਚ ਕੋਈ ਹਿੱਸਾ ਹੋਏਗਾ। ਉਸ ਤੋਂ ਬਾਅਦ ਇੱਕ ਲੜੀ ਰਹੀ, ਅਸੀਂ ਸਾਰੇ ਜਾਣਦੇ ਹਾਂ, ਰਾਜੀਵ ਲੌਂਗੋਵਾਲ ਪੈਕਟ ਹੋਈ, ਜਿਹਦੇ ਵਿੱਚ ਕਲੀਅਰ ਕਿਹਾ ਗਿਆ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇਗਾ। ਚੰਡੀਗੜ੍ਹ ਦੇ ਵਿੱਚ ਜਿੰਨੇ ਗਵਰਨਮੈਂਟ ਆਫਿਸਿਸ ਨੇ, ਚਾਹੇ ਉਹ ਕਾਡਰ ਪੋਸਟਿੰਗ, ਪੁਲਿਸ ਐਡਮਿਨਿਸਟ੍ਰੇਸ਼ਨ, ਸਿਵਲ ਐਡਮਿਨਿਸਟ੍ਰੇਸ਼ਨ, BBMB ਦੀ ਉਹਦੀ ਜੋ ਪ੍ਰੋਪੋਰਸ਼ਨ ਸੀਗੀ ਉਹ ਵੀ ਵੱਡਾ ਭਰਾ ਪੰਜਾਬ ਨੂੰ ਮੰਨਿਆ ਜਾਂਦਾ ਹੈ, ਕਿ ਪੇਰੈਂਟ ਜੋ ਸਟੇਟ ਸੀਗੀ ਉਹ ਪੰਜਾਬ ਸੀ ਤੇ ਚੰਡੀਗੜ੍ਹ ਤੇ ਵੱਡਾ ਜੋ ਹੱਕ ਹੈ, ਚੰਡੀਗੜ੍ਹ ਦਾ ਜੋ ਮੇਨ ਪੇਰੈਂਟ ਸਟੇਟ ਹੈ that is ਪੰਜਾਬ। ਲੇਕਿਨ ਪਿਛਲੇ ਕੁਝ ਸਮੇਂ ਤੋਂ ਤੁਸੀਂ ਦੇਖੋ ਕੇਂਦਰ ਦੀ BJP ਸਰਕਾਰ ਪੰਜਾਬ ਨੂੰ ਅਨਰੈਸਟ ਕਰਨ ਲਈ ਬਹੁਤ ਪਹਿਲੂਆਂ ਤੇ ਕੰਮ ਕਰ ਰਹੀ ਹੈ। ਉਹਨਾਂ ਤੋਂ ਇੱਕ ਇੰਪੋਰਟੈਂਟ ਪਹਿਲੂ ਚੰਡੀਗੜ੍ਹ ਦਾ ਹੈ। ਇਹਨਾਂ ਨੇ ਸਭ ਤੋਂ ਪਹਿਲਾਂ BBMB ਦੀ ਪੋਸਟਿੰਗਸ ਦੇ ਵਿੱਚ ਟੈਂਪਰਾਮੈਂਟ ਕੀਤੀ, ਉੱਥੇ ਕਾਡਰ ਦੀ ਸੀਨੀਅਰਿਟੀ ਨੂੰ ਇਗਨੋਰ ਕਰਕੇ ਪੰਜਾਬ ਦੇ ਅਫਸਰਾਂ ਨੂੰ ਹਟਾ ਕੇ ਹਰਿਆਣੇ ਦੇ ਅਫਸਰਾਂ ਨੂੰ ਲਾਉਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹਨਾਂ ਨੇ ਪਹਿਲਾਂ BSF ਦਾ ਏਰੀਆ ਵਧਾ ਕੇ, ਕਿਉਂਕਿ ਉਹ ਸੈਂਟਰ ਦੇ ਅੰਡਰ ਆਉਂਦਾ ਸੀਗਾ। ਹੁਣੇ ਰੀਸੈਂਟਲੀ ਹੋਮ ਮਿਨਿਸਟਰ ਜੀ ਕਮੈਂਟ ਕਰ ਦਿੰਦੇ ਆ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਠੀਕ ਨਹੀਂ ਹੈਗਾ। ਭਾਈ, ਇੰਟੈਲੀਜੈਂਸ ਏਜੰਸੀਆਂ ਤੁਹਾਡੇ ਅੰਡਰ ਹੈ, ਇਨਫੋਰਮੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਆਮ ਲੋਕਾਂ ਤੋਂ ਜ਼ਿਆਦਾ ਇਨਫੋਰਮੇਸ਼ਨ
ਗ੍ਰਹਿ ਮੰਤਰੀ ਕੋਲ ਹੁੰਦੀ ਹੈ। ਗ੍ਰਹਿ ਮੰਤਰੀ ਲੋਕਾਂ ਨੂੰ ਡਰਾ ਰਿਹਾ ਹੈ, ਲੋਕਾਂ ਦੇ ਮਨਾਂ 'ਚ ਦਹਿਸ਼ਤ ਪੈਦਾ ਕਰ ਰਿਹਾ ਹੈ। ਬੇਸਿਕਲੀ ਬੀਜੇਪੀ ਪੰਜਾਬ ਦੇ ਵਿੱਚ ਸਿਆਸਤ ਲਈ ਜ਼ਮੀਨ ਲੱਭ ਰਹੀ ਹੈ। ਉਹ ਜ਼ਮੀਨ ਉਹਨਾਂ ਨੂੰ ਉਦੋਂ ਹੀ ਲੱਭੇਗੀ ਜਦੋਂ ਮਾਹੌਲ ਖਰਾਬ ਹੋਏਗਾ। ਬੀਜੇਪੀ ਦੀ ਫਿਤਰਤ ਹੈ। ਤੁਸੀਂ ਇਹਨਾਂ ਦਾ ਇਤਿਹਾਸ ਚੱਕ ਕੇ ਦੇਖੋ, ਗੁਜਰਾਤ ਵਿੱਚ ਇਹਨਾਂ ਨੇ ਦੰਗੇ ਕਰਾਏ, 15 ਸਾਲ ਸਰਕਾਰ ਬਣਾਤੀ, ਹੋਰ ਕਈ ਸੂਬਿਆਂ 'ਚ। ਤੇ ਪੰਜਾਬ ਦੇ ਲੋਕ, ਮੈਂ ਤੁਹਾਡੇ ਮਾਧਿਅਮ ਤੋਂ ਸਾਰੇ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ, ਪੰਜਾਬ ਦੇ ਲੋਕ ਇੰਨੇ ਸੰਜੀਦਾ ਨੇ ਕਿ ਉਹ ਬੀਜੇਪੀ ਦੀ ਇਸ ਨਾਕਾਮ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਜੀ ਬਾਬਾ ਜੀ, ਥੈਂਕ ਯੂ ਵੈਰੀ ਮਚ। ਪੰਜਾਬ ਦਾ ਚੰਡੀਗੜ੍ਹ ਦੇ ਉੱਪਰ ਹੱਕ ਹੈ ਜੀ, ਸੀਗਾ ਤੇ ਰਹੇਗਾ। ਚੰਡੀਗੜ੍ਹ ਅਗਰ ਉਹਦੇ ਵਿੱਚ ਵਿਧਾਨ ਸਭਾ ਬਣਾਉਣ ਦੀ ਹਰਿਆਣਾ ਦੀ ਕੋਈ ਕੋਸ਼ਿਸ਼ ਹੈ ਤਾਂ ਉਹ ਹਰਿਆਣਾ ਦੇ ਲੋਕਾਂ ਦੀ ਕੋਸ਼ਿਸ਼ ਨਹੀਂ। ਹਰਿਆਣਾ ਵਿੱਚ ਸੱਤਾ ਵਿੱਚ ਕਾਬਜ ਬੀਜੇਪੀ ਸਰਕਾਰ, ਜੋ ਕਿ ਸੈਂਟਰ ਦੀ ਬੀਜੇਪੀ ਪਾਰਟੀ ਦੀ ਤੇ ਉਹਨਾਂ ਦੀ ਇੱਕ ਰਣਨੀਤੀ, ਇੱਕ ਸੋਚੀ ਸਮਝੀ ਬੁਣੀ ਹੋਈ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀ ਸਾਜ਼ਿਸ਼ ਦਾ ਇੱਕ ਪਹਿਲੂ ਹੈ। ਇਹ ਲੋਕਾਂ ਨੂੰ ਸਮਝਣਾ। ਤੁਹਾਡਾ ਵਿਊ ਪੁਆਇੰਟ ਆ ਗਿਆ, ਤੁਹਾਡੀ ਗੱਲ ਆ ਗਈ। ਸੰਜੇ ਕਪੂਰ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਜੀ ਸੰਜੇ ਜੀ, ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਜਗਤਾਰ ਜੀ ਆ ਰਹੀ। ਜੀ ਸੰਜੇ ਜੀ, ਇਸ ਮੁੱਦੇ ਤੇ ਕਾਂਗਰਸ ਦੇ ਬੁਲਾਰੇ ਉਹਨਾਂ ਨੇ ਕਿਹਾ ਕਿ ਜੋ ਰਾਜਧਾਨੀ ਦੀ ਗੱਲ ਕਰਦੇ ਆ, ਹਰਿਆਣਾ ਨੂੰ ਜ਼ਮੀਨ ਦੇਣ ਦਾ ਮਾਮਲਾ ਵਿਧਾਨ ਸਭਾ ਲਈ ਤਾਂ ਹਾਈ ਹੈ, ਪਰ ਇਹ ਵੀ ਕਿਹਾ ਜਾ ਰਿਹਾ ਕਿ ਭਾਜਪਾ ਸਿੱਧੇ ਤੌਰ ਤੇ ਪੰਜਾਬ ਦੇ ਹਾਲਾਤ ਵਿਗਾੜਨ ਦੇ ਲਈ ਇਹੋ ਜਿਹੀਆਂ ਛੇੜਖਾਨੀਆਂ ਕਰ ਰਹੀਆਂ। ਕੀ ਕਹੋਗੇ ਸੰਜੇ ਕਪੂਰ ਜੀ? ਦੇਖੋ, ਐਸਾ ਹੈਗਾ ਵਾ ਕਿ ਓਪੋਜੀਸ਼ਨ ਪਾਰਟੀਆਂ ਨੂੰ ਜਦੋਂ ਕੋਈ ਮੁੱਦਾ ਨਹੀਂ ਨਾ ਮਿਲਦਾ, ਉਹ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਤੇ ਐਲੀਗੇਸ਼ਨ ਲਗਾਉਣਾ ਸ਼ੁਰੂ ਕਰ ਦਿੰਦੀਆਂ ਜੀ। ਇਹ ਇੱਕ ਸਾਰੀ ਪਾਰਟੀਆਂ ਨੂੰ ਅੱਜ ਦੀ ਡੇਟ ਦੇ ਵਿੱਚ ਨਾ ਇੱਕ ਮੁੱਦਾ ਹੀ ਹੈਗਾ ਕਿ ਕੋਈ ਵੀ ਗੱਲ ਹੁੰਦੀ ਹੈ ਨਾ ਤੇ ਕੇਂਦਰ ਦੇ ਮੱਥੇ ਤੇ ਮੜ ਦਿਓ। ਦੇਖੋ, ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਸਵਾਲ ਹੈ, ਆਪਾਂ ਸ਼ੁਰੂ ਤੋਂ ਹੀ ਪੰਜਾਬ ਦੇ ਨਾਲ ਖੜੇ ਆ ਔਰ ਪੰਜਾਬ ਦੇ ਨਾਲ ਹੀ ਖੜੇ ਰਵਾਂਗੇ। ਸਾਡਾ ਸਟੈਂਡ ਬਿਲਕੁਲ ਕਲੀਅਰ ਹੈਗਾ ਵੈ ਕਿ ਜਿਹੜੀ ਪੰਜਾਬ ਦੀ ਜਿਹੜੀ ਕੈਪੀਟਲ ਹੈ ਉਹ ਚੰਡੀਗੜ੍ਹ ਹੈਗੀ ਹੈ, ਔਰ ਜੇ ਹਰਿਆਣਾ ਆਪਣੀ ਅਸੈਂਬਲੀ ਬਣਾਉਣਾ ਚਾਹੁੰਦਾ ਵੈ ਤੇ ਉਹ ਆਪਣੇ ਹਰਿਆਣਾ ਦੇ ਵਿੱਚ ਕਿਤੇ ਵੀ ਬਣਾ ਲੈਣ। ਆਪਾਂ ਉਹਨਾਂ ਨੂੰ ਬਿਲਕੁਲ ਇਸ ਮੈਟਰ 'ਚ ਸਪੋਰਟ ਨਹੀਂ ਕਰਦੇ ਕਿ ਹਰਿਆਣਾ ਦੇ ਯੂਨਿਟ ਨੂੰ। ਸਾਡਾ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਬਿਲਕੁਲ ਕਲੀਅਰ ਹੈ। ਬਾਕੀ ਉਹਨਾਂ ਦੀ ਗਵਰਨਮੈਂਟ ਦਾ ਰਾਈਟ ਹੈਗਾ ਕਿ ਉਹ ਗਵਰਨਰ ਸਾਹਿਬ ਨੂੰ ਆਪਣੀ ਰਿਪਰੈਜ਼ੈਂਟੇਸ਼ਨ ਦੇਣ ਜਾਂ ਕੇਂਦਰ ਸਰਕਾਰ ਨੂੰ ਦੇਣ। ਮੈਂ ਤੇ ਦੇਖਣਾ ਪਿਆ ਵਾ ਕਿ ਜਦੋਂ ਦਾ ਇਹ ਮੁੱਦਾ ਆਇਆ ਹੈਗਾ ਵੈ, ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ। ਚਾਹੀਦਾ ਤੇ ਉਹਨਾਂ ਨੂੰ ਕਿ ਇਹ ਮੁੱਦੇ ਆਉਣ ਤੋਂ ਬਾਅਦ ਇਮੀਡੀਏਟਲੀ ਗਵਰਨਰ ਸਾਹਿਬ ਨੂੰ ਮਿਲਦੇ, ਆਪਣੀ ਰਿਜ਼ੈਂਟਮੈਂਟ ਦਿੰਦੇ ਔਰ ਕੇਂਦਰ ਸਰਕਾਰ ਨੂੰ ਇਹਦੇ ਬਾਰੇ ਪੱਤਰ ਲਿਖਦੇ। ਔਰ ਜੇ ਭਾਰਤੀ ਜਨਤਾ ਪਾਰਟੀ ਤੇ ਪੰਜਾਬ ਯੂਨਿਟ ਦਾ ਸਹਿਯੋਗ ਮੰਗਦੇ, ਆਪਾਂ ਉੱਠ ਕੇ ਨਾਲ ਚੱਲਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ। ਕਿਉਂਕਿ ਜਿੱਥੋਂ ਤੱਕ ਪੰਜਾਬ ਦਾ ਮੁੱਦਾ ਹੈਗਾ, ਜਿੱਥੋਂ ਤੱਕ ਚੰਡੀਗੜ੍ਹ ਦਾ ਮੁੱਦਾ ਹੈਗਾ ਵੈ, ਸਾਡਾ ਸਟੈਂਡ ਪੰਜਾਬ ਦੇ ਲੋਕਾਂ ਦੇ ਪ੍ਰਤੀ ਹੈ ਔਰ ਬਿਲਕੁਲ ਕਲੀਅਰ ਹੈਗਾ ਵੈ। ਔਰ ਇਸ ਮੁੱਦੇ ਤੇ ਭਾਰਤੀ ਜਨਤਾ ਪਾਰਟੀ ਕਿਤੇ ਵੀ ਕੋਈ ਕੰਪਰੋਮਾਈਜ਼ ਨਹੀਂ ਕਰੇਗੀ। ਸੰਜੇ ਕਪੂਰ, ਇੱਕ ਸਵਾਲ ਜਿਹੜਾ ਹੈਗਾ, ਮੈਂ ਅੱਗੇ ਵੀ ਮਹਿਮਾਨਾਂ ਤੋਂ ਸਵਾਲ ਲਵਾਂਗਾ। ਸਵਾਲ ਸਿੱਧਾ ਜੇ ਬਣਦਾ, ਕਿਉਂਕਿ ਕੇਂਦਰ 'ਚ ਵੀ ਆਪਾਂ ਸੱਤਾ 'ਚ ਹੈ, ਕੇਂਦਰੀ ਗ੍ਰਹਿ ਮੰਤਰੀ ਦਾ ਜਦੋਂ ਇਹਨਾਂ ਮੁੱਦਿਆਂ ਤੇ ਬਿਆਨ ਆਇਆ ਤਾਂ ਸੁਭਾਵਿਕ ਹੈ ਕਿ ਭਾਜਪਾ ਵੱਲ ਜਿਹੜਾ ਹੈਗਾ ਸਵਾਲ ਉੱਠਣੇ ਸੀ, ਕਿਉਂਕਿ ਕੇਂਦਰ ਵੀ ਆਪਣਾ ਤੇ ਹਰਿਆਣਾ ਵੀ ਆਪਣਾ। ਇਸ ਕਰਕੇ ਵਿਰੋਧੀ ਤਰ੍ਹਾਂ ਕਹਿ ਰਹੀਆਂ ਕਿ ਜਿਹੜੇ ਸ਼ੰਕੇ ਉਹਨਾਂ ਦੇ ਵਾਜਿਬ ਹੈ। ਦੇਖੋ, ਗੱਲ ਪਤਾ ਕੀ ਹੈ, ਤੁਹਾਨੂੰ ਵੀ ਪਤਾ ਹੈ ਕਿ ਹਰਿਆਣਾ ਵੀ ਚੰਡੀਗੜ੍ਹ ਤੇ ਆਪਣਾ ਹੱਕ ਜਤਾਉਂਦਾ ਆਇਆ ਹੈ ਪਿਛਲੇ ਸਾਲਾਂ 'ਚ, ਬਟ ਕੋਈ ਕੇਂਦਰ ਨੇ ਇਹਦੇ ਬਾਰੇ ਕੋਈ ਫੈਸਲਾ ਨਹੀਂ ਦੇ ਦਿੱਤਾ। ਜੇ ਹਰਿਆਣਾ ਦੀ ਸਰਕਾਰ ਜਾ ਕੇ ਉੱਥੇ ਕੋਈ ਰਿਪਰੈਜ਼ੈਂਟੇਸ਼ਨ ਦੇਣਾ ਚਾਹੁੰਦੀ ਹੈ ਤਾਂ ਉਹ ਦੇ ਸਕਦੀ ਹੀ ਹੈ। ਆਪਾਂ ਪੰਜਾਬ 'ਚ ਬੈਠੇ ਆ, ਸਾਡੀ ਪੰਜਾਬ ਦੀ ਸਰਕਾਰ ਵੀ ਰਿਪਰੈਜ਼ੈਂਟੇਸ਼ਨ ਦੇਵੇ। ਸਵਾਲ ਤੇ ਇਸ ਚੀਜ਼ ਦਾ ਹੈਗਾ ਵੈ ਕਿ ਕੋਈ ਕੇਂਦਰ ਨੇ ਕੋਈ ਡਿਸੀਜ਼ਨ ਨਹੀਂ ਦੇ ਦਿੱਤਾ ਹੈਗਾ। ਅੱਜ ਹਰਿਆਣਾ ਗਵਰਨਮੈਂਟ ਨੇ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਔਰ ਇਮੀਡੀਏਟਲੀ ਸਾਡੀ ਪੰਜਾਬ ਦੀ ਸਰਕਾਰ ਦੀ ਇੱਕ ਰਿਪਰੈਜ਼ੈਂਟੇਸ਼ਨ ਗਵਰਨਮੈਂਟ ਨੂੰ ਜਾਣੀ ਚਾਹੀਦੀ ਔਰ ਗਵਰਨਰ ਸਾਹਿਬ ਨੂੰ ਜਾਣੀ ਚਾਹੀਦੀ। ਬਿਲਕੁਲ, ਬਹੁਤ ਵਧੀਆ ਸਵਾਲ ਸੰਜੇ ਕਪੂਰ ਜੀ, ਬਹੁਤ ਵਧੀਆ ਜਵਾਬ ਦੇ ਰਹੇ ਹੋ ਤੁਸੀਂ। ਇੱਕ ਸਵਾਲ ਜਿਹੜਾ ਛੋਟਾ ਜਿਹਾ ਮੈਂ ਹੋਰ, ਪਰ ਅਹਿਮ ਮੁੱਦਾ ਮੈਂ ਜ਼ਰੂਰ ਜਵਾਬ ਚਾਹਾਂਗਾ ਕਿ ਆਪ ਜੇ ਫੈਸਲਾ ਕਰਦੀ ਹੈ ਜਾਂ ਪੰਜਾਬ ਦੇ ਲੋਕ ਕਹਿੰਦੇ ਆ ਕਿ ਕੇਂਦਰ ਕੋਲੇ ਜਾਣਾ ਚਾਹੀਦਾ, ਤਾਂ ਪੰਜਾਬ ਦੀ ਭਾਜਪਾ ਇਸ ਮੁੱਦੇ ਤੇ ਕੇਂਦਰ ਦੇ ਨਾਲ ਮੁਲਾਕਾਤ ਲਈ ਜਾਏਗੀ ਕਿ ਪੰਜਾਬ ਦੇ ਹੱਕਾਂ ਤੇ ਕਿਉਂ ਛਾਪਾ ਮਾਰਿਆ ਜਾ ਰਿਹਾ? ਸਿੱਧਾ ਜਿਹਾ ਸਵਾਲ ਸੰਜੇ ਕਪੂਰ ਜੀ। ਜੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਬੀਜੇਪੀ ਦੇ ਲੀਡਰ ਨੂੰ ਇਨਵਾਈਟ ਕਰਦੀ ਹੈ ਕੇਂਦਰ ਦੇ ਵਿੱਚ ਰਿਪਰੈਜ਼ੈਂਟੇਸ਼ਨ ਦੇਣ ਲਈ, ਤੇ ਪੰਜਾਬੀਆਂ ਦੇ ਹੱਕ ਦੇ ਵਿੱਚ, ਪੰਜਾਬ ਦੇ ਹਿੱਤਾਂ ਦੇ ਵਿੱਚ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਕੇਂਦਰ ਦੇ ਵਿੱਚ ਰਿਪਰੈਜ਼ੈਂਟੇਸ਼ਨ ਦੇਣ ਲਈ ਚਾਹਾਂਗੇ। ਆਪਾਂ ਇਸ ਮੁੱਦੇ ਤੇ ਬਿਲਕੁਲ ਕਲੀਅਰ ਹੈਗੇ। ਬਿਲਕੁਲ ਸੰਜੇ ਕਪੂਰ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਜਿਸ ਮਾਮਲੇ ਤੇ ਆਪਾਂ ਗੱਲ ਕਰਦੇ ਹਾਂ, ਹਰਜੀਤ ਭੁੱਲਰ, ਕਿਧਰੇ ਜਦੋਂ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਸੀ, ਇਹ ਵੀ ਕਿਹਾ ਗਿਆ ਕਿ ਕਿਧਰੇ ਅਕਾਲੀ ਦਲ ਵੱਲੋਂ ਜਦੋਂ ਵੰਡ ਦੀ ਗੱਲ ਹੋਈ, ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, ਸਮਝੌਤਿਆਂ ਤੇ ਦਸਤਖਤ ਹੋਏ, ਤਾਂ ਅਕਾਲੀ ਦਲ ਨੇ ਵੀ ਕਿਤੇ ਜਲਦਬਾਜ਼ੀ ਦੇ ਵਿੱਚ ਜਿਹੜਾ ਹੈਗਾ ਸਪਸ਼ਟ ਤੌਰ ਤੇ ਨਿਰਣੇ ਲੈਣ ਦੇ ਵਿੱਚ ਕੋਈ ਭੂਮਿਕਾ
ਨਹੀਂ ਨਿਭਾਈ ਕਿ ਚੰਡੀਗੜ੍ਹ ਤੇ ਕਿਉਂ ਦੂਜੀ ਧਿਰ ਆਪਣਾ ਇਸ ਵੇਲੇ ਕਲੇਮ ਜਾਂ ਦਾਅਵੇ ਕਰ ਰਹੀ ਹੈ? ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਦੋਂ ਸਿੱਧੂ ਸਾਹਿਬ ਕੋਈ ਆਪਣਾ ਘਰ ਬੰਦ ਕਰਕੇ ਥੋੜੇ ਦਿਨਾਂ ਵਾਸਤੇ ਬਾਹਰ ਕਿਤੇ ਚਲੇ ਜਾਣ ਤੇ ਉਸ ਘਰ ਦੇ ਵਿੱਚ ਦਿਮਕ ਵੀ ਲੱਗਦੀ ਹੈ, ਉਸ ਘਰ ਦੇ ਵਿੱਚ ਕਬੂਤਰ ਆਪਣੇ ਆਲਣੇ ਵੀ ਬਣਾ ਲੈਂਦੇ ਆ, ਉਸ ਘਰ ਦੇ ਵਿੱਚ ਬਾਹਰੋਂ ਆਵਾਰਾ ਬਿੱਲੀਆਂ ਕੁੱਤੇ ਕਈ ਆ ਕੇ ਆਪਣਾ ਬਸੇਰਾ ਕਰ ਲੈਂਦੇ ਆ। ਜਦੋਂ ਘਰ ਦਾ ਮੁਖੀ ਘਰ 'ਚ ਹੀ ਨਹੀਂ ਰਹਿ ਰਿਹਾ ਤੇ ਸੱਜਿਓਂ ਖੱਬਿਓਂ ਲੋਕਾਂ ਨੇ ਕਬਜ਼ੇ ਤੇ ਕਰਨਾ ਹੀ ਹੈ। ਕੋਈ ਆਂਢੀ ਗੁਆਂਢੀ ਕੂੜਾ ਵੀ ਸੁੱਟੂਗਾ, ਕੋਈ ਕਰੂਗਾ ਵੀ ਉੱਥੇ। ਜੇ ਘਰ ਦਾ ਮੁਖੀ ਆ ਕੇ ਇੱਥੇ ਬਹਿ ਕੇ ਆਪਣੇ ਘਰ ਨੂੰ ਸੰਭਾਲੇ ਬਜਾਏ ਇਹਦੇ ਵੀ ਕੇਜਰੀਵਾਲ ਦੀ ਗੱਡੀ ਦੇ ਪਿੱਛੇ ਲਮਕਦਾ ਫਿਰੇ ਤੇ ਸ਼ਾਇਦ ਇਹੋ ਜਿਹੇ ਮੁੱਦੇ ਨਾ ਆਉਣ। ਜਿਸ ਤਰੀਕੇ ਨਾਲ ਪਿਛਲੀ 6 ਮਹੀਨੇ ਦੀ ਸਰਕਾਰ ਜਿਹੜੀ ਸੀ ਤੇ ਆਹ ਜਿਹੜੀ ਸਰਕਾਰ 7-8 ਮਹੀਨਿਆਂ ਦੀ ਹੈ, ਇਹਨਾਂ ਨੇ ਪੰਜਾਬ ਨੂੰ ਕਮਜ਼ੋਰ ਕੀਤਾ, ਪੰਜਾਬ ਦੇ ਐਡਮਿਨਿਸਟ੍ਰੇਸ਼ਨ ਨੂੰ ਕਮਜ਼ੋਰ ਕੀਤਾ। ਇਸ ਤੋਂ ਪਹਿਲਾਂ ਇਹੋ ਜਿਹਾ ਕਦੀ ਵੀ ਨਹੀਂ ਸੀ ਹੋਇਆ। ਔਰ ਮੈਂ ਸੰਧੂ ਸਾਹਿਬ ਨੂੰ ਕਹੂੰਗਾ ਕਿ ਸੰਧੂ ਸਾਹਿਬ ਤੁਸੀਂ ਪਿਛੋਕੜ ਨੂੰ ਤੁਰਦੇ ਅਕਾਲੀ ਦਲ ਨੇ ਤੇ ਰਾਜੀਵ ਲੌਂਗੋਵਾਲ ਸਮਝੌਤਾ ਕਰਾਇਆ ਸੀ ਤੇ ਤੁਸੀਂ ਵੀ ਜਿਹੜਾ ਹੈਗਾ ਦਿੱਲੀ ਦੇ ਵਿੱਚ ਲੋਕਾਂ ਕੋਲ ਇਹ ਕਹਿ ਕੇ ਆਇਆ ਸੀ ਲੋਕਪਾਲ ਲਾਵਾਂਗੇ, ਤੁਸੀਂ ਅਜੇ ਤੱਕ ਲੋਕਪਾਲ ਨਹੀਂ ਲਾਇਆ। ਸਰਕਾਰਾਂ ਦੇ ਆਏ ਦੁਆਰੇ ਜਿਹੜਾ ਹੈਗਾ ਉਸ ਟਾਈਮ ਸਮਝੌਤੇ ਕਰ ਲੈਂਦੀਆਂ, ਜਿਹੜੀ ਸੈਂਟਰੀ ਸਰਕਾਰ ਹੈ ਉਸ ਤੋਂ ਮੁੱਕਰਦੀ ਵੀ ਰਹੀ ਹੈ। ਔਰ ਜਿੱਥੇ ਤੱਕ ਸਵਾਲ ਸੀਗਾ ਬਾਵਾ ਸਾਹਿਬ ਦਾ ਬੋਲਣ ਦਾ, ਤੇ ਬਾਵਾ ਸਾਹਿਬ ਦੀ ਸਰਕਾਰ ਤੇ 3 ਵਾਰੀ ਪੰਜਾਬ 'ਚ ਰਹੀ ਹੈ ਤੇ ਕੇਂਦਰ 'ਚ ਵੀ ਰਹੀ ਹੈ। ਜਿਹੜਾ ਰਾਜੀਵ ਗਾਂਧੀ ਸਮਝੌਤਾ ਸੀਗਾ ਲੌਂਗੋਵਾਲ ਸਮਝੌਤਾ, ਮੈਂ ਕਹਿੰਦਾ ਮਾਣ ਦੀ ਗੱਲ ਹੁੰਦੀ ਹੈ ਰਾਜੀਵ ਗਾਂਧੀ ਲੌਂਗੋਵਾਲ ਸਮਝੌਤਾ ਇਹ ਲਾਗੂ ਕਰਵਾਉਂਦੇ, ਕਿਉਂਕਿ ਇਹਨਾਂ ਦੇ ਤੇ ਜਿਹੜਾ ਪ੍ਰਧਾਨ ਮੰਤਰੀ ਰਿਹਾ ਉਸ ਟਾਈਮ ਉਹਨੇ ਉਹ ਸਮਝੌਤਾ ਕੀਤਾ ਸੀ, ਇਹਨਾਂ ਦੀ ਪਾਰਟੀ ਦਾ ਮੁਖੀ ਸੀ ਤੇ ਜਿਹਦੇ ਅੱਗੇ ਬੇਟੇ ਨੂੰ ਇਹ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਆ ਤੇ ਇਹਨਾਂ ਦੀ ਵਾਹ ਹੁੰਦੀ। ਲੇਕਿਨ ਨਹੀਂ, ਇਹਨਾਂ ਨੇ ਸਿਰਫ ਰਾਜਨੀਤੀ ਕੀਤੀ। ਔਰ ਅੱਜ ਜਿਹੜੀ ਆਮ ਆਦਮੀ ਪਾਰਟੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਪਕੜ ਹੈ ਨਹੀਂ, ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਠੀਕ ਹੈ ਲੋਕਾਂ ਨੇ ਇਹਨਾਂ ਨੂੰ ਮੈਂਡੇਟ ਦੇਤਾ, ਲੇਕਿਨ ਪੰਜਾਬ ਦੇ ਵਿੱਚ ਇਹਨਾਂ ਦੀ ਪਕੜ ਨਾ ਹੋਣ ਕਰਕੇ, ਮੁੱਖ ਮੰਤਰੀ ਦੇ ਇੱਥੇ ਨਾ ਰਹਿਣ ਕਰਕੇ ਔਰ ਮੁੱਖ ਮੰਤਰੀ ਦੇ ਨਾਲ ਕੰਟਰੋਲ ਨਾ ਹੋਣ ਕਰਕੇ, ਇਸ ਕਰਕੇ ਜਿਹੜੀਆਂ ਬਾਹਰਲੀਆਂ ਤਾਕਤਾਂ ਨੇ ਭਾਵੇਂ ਉਹ ਕਿਸੇ ਪਾਸੋਂ ਵੀ ਹੋਣ, ਮੈਂ ਮੇਰੀ ਗੱਲ ਪੂਰੀ ਹੋਣ ਦਿਓ ਜੀ, ਕਿਸੇ ਪਾਸੋਂ ਵੀ ਹੋਣ, ਉਹ ਅੱਜ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ, ਚਾਹੇ ਉਹ ਕੇਂਦਰ ਸਰਕਾਰ ਹੋਵੇ, ਚਾਹੇ ਉਹ ਹਰਿਆਣਾ ਸਰਕਾਰ ਹੋਵੇ, ਚਾਹੇ ਉਹ ਬਾਹਰਲੀਆਂ ਤਾਕਤਾਂ ਨੇ, ਉਹ ਵੀ ਅੱਜ ਪੰਜਾਬ ਉੱਤੇ ਕਬਜ਼ਾ ਕਰਨ ਨੂੰ ਫਿਰਦੀਆਂ ਨੇ। ਆਪਾਂ ਜਵਾਬ ਲੈ ਲਈਏ। ਸੰਧੂ ਸਾਹਿਬ ਜੇ ਆਵਾਜ਼ ਸੁਣ ਪਾ ਰਹੇ ਹੋ ਤੁਸੀਂ ਤਾਂ ਭੁੱਲਰ ਸਾਹਿਬ ਦਾ ਕਹਿਣਾ ਕਿ ਜਦੋਂ ਘਰ ਦਾ ਮੁਖੀਆ ਬਾਹਰ ਛੱਡ ਕੇ ਚਲਾ ਜਾਵੇ, ਘਰ ਨੂੰ ਨਾ ਸੰਭਾਲੇ, ਤਾਂ ਇਹੋ ਜਿਹੀਆਂ ਸਥਿਤੀਆਂ ਬਣੀਆਂ ਹੋਈਆਂ ਕਿ ਆਮ ਆਦਮੀ ਪਾਰਟੀ ਪੰਜਾਬ ਤੇ ਪਹਿਰੇਦਾਰ ਕਰਨ ਦੇ ਕਾਮਯਾਬ ਨਹੀਂ ਰਹੀ ਜਾਂ ਅਸਫਲ ਰਹੀ ਹੈ, ਜਿਹਦੇ ਕਰਕੇ ਦੂਜੀਆਂ ਧਿਰਾਂ ਇਸ ਤਰੀਕੇ ਨਾਲ ਪੰਜਾਬ ਦੇ ਹੱਕਾਂ ਤੇ ਡਾਕੇ ਮਾਰ ਰਹੀਆਂ। ਸਿੱਧੇ ਤੌਰ ਤੇ ਉਹਨਾਂ ਨੇ ਆਪ ਨੂੰ ਨਿਸ਼ਾਨੇ ਤੇ, ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਸਾਹਿਬ ਗੱਲ ਇਸ ਤਰ੍ਹਾਂ ਹੈ ਕਿ ਆਮ ਆਦਮੀ ਦਾ ਸਟੈਂਡ ਹੈ ਜਿਹੜਾ ਉਹ ਸਪਸ਼ਟ ਹੈ ਜੀ ਕਿ ਚੰਡੀਗੜ੍ਹ ਪੰਜਾਬ ਦਾ ਹੈ। ਔਰ ਦੂਜੀ ਗੱਲ ਇਹ ਹੈ ਵੀ ਇਹਦੇ ਵਾਸਤੇ ਦੋਸ਼ੀ ਕੌਣ ਨੇ? ਦੋਸ਼ੀ ਤਾਂ ਉਹੀ ਲੋਕ ਨੇ ਜਿਨ੍ਹਾਂ ਲੋਕਾਂ ਨੇ ਭਾਵੇਂ ਦਿੱਤਾ ਸੀ ਤੇ ਜਿਨ੍ਹਾਂ ਨੇ ਬੜਾ ਸੌਖਿਆਂ ਇਹ ਫੈਸਲਾ ਜਿਹੜਾ ਅਸੈਪਟ ਕਰ ਲਿਆ ਸੀ ਉਦੋਂ ਜਿਹੜੀ ਟੈਂਪਰੇਰੀ ਹਰਿਆਣਾ ਨੂੰ ਉਹ ਉੱਥੇ ਬੈਠਣ ਦਾ ਜਿਹੜਾ ਮੌਕਾ ਦੇ ਦਿੱਤਾ ਸੀ। ਔਰ ਇੰਨੀ ਦੇਰ ਇੰਨੇ ਸਾਲ ਉੱਥੇ ਬੈਠੇ ਰਹੇ, ਇਹਨਾਂ ਨੇ ਉਹਦੇ ਵਾਸਤੇ ਕੀ ਕੀਤਾ? ਕੁਝ ਵੀ ਨਹੀਂ ਕੀਤਾ। ਇਸ ਕਰਕੇ ਜਿਹੀ ਗੱਲ ਕਹਿਣ ਦਾ ਇਹਨਾਂ ਨੂੰ ਕੋਈ ਹੱਕ ਨਹੀਂ ਹੈਗਾ। ਇਹਦੀ ਪ੍ਰਚਾਰ ਵਾਸਤੇ ਸੰਧੂ ਸਾਹਿਬ ਜਿਹੜੀ ਏਡੀ ਵੱਡੀ ਮੂਵਮੈਂਟ ਚੱਲੀ ਜਿਹਦੇ ਵਿੱਚ ਸਾਰੇ ਅਕਾਲੀ ਦਲ ਸਮੇਤ ਸਾਰੇ ਇਨਵੋਲਵ ਸੀਗੇ, ਉਹ ਕਦ ਲਈ ਚੱਲੀ? ਇੰਨੀਆਂ ਕੁਰਬਾਨੀਆਂ ਜਿਹੜੀਆਂ ਦਿੱਤੀਆਂ ਨੇ। ਤੁਸੀਂ ਪੰਜਾਬੋਂ ਬਾਹਰੋਂ ਨਹੀਂ ਹੈਗੇ, ਮੈਨੂੰ ਲੱਗਦਾ ਪੰਜਾਬ 'ਚ ਹੀ ਰਹਿੰਦੇ ਤੁਸੀਂ। ਪੰਜਾਬ ਦੀ ਚੰਡੀਗੜ੍ਹ ਦੀ ਲੜਾਈ ਜਿਹਦੇ ਵਿੱਚ ਸੰਤ ਲੌਂਗੋਵਾਲ ਸੁਣੀ ਵੀ ਜਿਹੜੇ ਹੈ ਉਹ ਵੀ ਆਪਣੀ ਸ਼ਹਾਦਤ ਦੇ ਗਏ, ਕਈ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ, ਹਰਮੰਦਰ ਸਾਹਿਬ ਤੱਕ ਦੇ ਟੈਂਕ ਚੜੇ, ਉਹ ਕਾਹਦੀ ਲੜਾਈ ਸੀ? ਲੜਾਈ ਤੇ ਇਸੇ ਗੱਲ ਦੀ ਸੀ। ਤੁਸੀਂ ਕਿਤੇ ਕੁਝ ਕੀਤਾ ਨਹੀਂ, ਕਹੇ ਨੇ ਕਮਾਲ ਕਰਦੇ ਹੋ ਤੁਸੀਂ। ਜੁਮਾ 4 ਦਿਨ ਤੁਹਾਡੀ ਸਰਕਾਰ ਆਈ ਨੂੰ ਹੋਏ ਹੈ ਤੇ ਤੁਸੀਂ ਕਿਤੇ ਪਿੱਛੇ ਬਲਾ ਕੁਝ ਹੋਇਆ ਹੀ ਨਹੀਂ। ਤੁਸੀਂ ਤਾਂ ਘਰ ਛੱਡ ਕੇ ਭੱਜੇ ਫਿਰਦੇ ਹੋ ਕੇਜਰੀਵਾਲ ਦੀ ਬੱਸ ਪਿੱਛੇ। ਤੁਸੀਂ ਉਦੋਂ ਬਿਲਕੁਲ ਪੰਜਾਬ ਦੇ ਹਿੱਤਾਂ ਦੇ ਜੇ ਤੁਸੀਂ ਪਹਿਰੇਦਾਰ ਹੁੰਦੇ ਤਾਂ ਤੁਸੀਂ ਇਹਨੂੰ ਇੰਨਾ ਈਜ਼ੀਲੀ ਤੁਸੀਂ ਐਕਸੈਪਟ ਨਹੀਂ ਸੀ ਕਰਦੇ ਹੈਗੇ। ਇਹ ਜਿਹੜਾ ਉੱਥੇ ਟੈਂਪਰੇਰੀ ਜਿਹੜਾ ਹਰਿਆਣਾ ਉੱਥੇ ਲਗਾਤਾਰ ਬੈਠਾ ਹੋਇਆ, ਤੁਸੀਂ ਉਹਦੇ ਤੇ ਕੋਈ ਸੰਘਰਸ਼ ਨਹੀਂ ਕੀਤਾ, ਕੱਖ ਨਹੀਂ ਕੀਤਾ ਤੁਸੀਂ ਉਹਦੇ ਤੇ। ਜੇ ਕੋਈ ਕੀਤਾ ਹੁੰਦਾ ਤਾਂ ਪਹਿਲੀ ਜਿਹੜੀਆਂ ਹਜ਼ਾਰਾਂ ਕੁਰਬਾਨੀਆਂ ਹੋ ਗਈਆਂ ਉਹ ਕਿਤੇ ਨਹੀਂ ਹੈਗੀਆਂ। ਹਜ਼ਾਰਾਂ ਕੁਰਬਾਨੀਆਂ ਲੋਕਾਂ ਦੀਆਂ ਤੁਸੀਂ 4 ਦਿਨ ਦੇ ਆਏ ਹੋਏ ਕਹਿੰਦੇ ਹਜ਼ਾਰਾਂ ਕੁਰਬਾਨੀਆਂ ਜਿਹੜੀਆਂ ਹੋਈਆਂ ਕਿਸੇ ਨੇ ਨਹੀਂ ਦਿੱਤੀਆਂ। ਲੋਕਾਂ ਦੀਆਂ ਕਰਵਾਈਆਂ ਝੂਠ ਦੇ ਪਲੰਦੇ ਦੀ ਪਾਰਟੀ ਇਹ ਕਹਿੰਦੀ ਹੈ ਕਿ ਅੱਜ ਤੋਂ ਪਹਿਲਾਂ ਕੁਰਬਾਨੀਆਂ ਨਹੀਂ ਹੋਈਆਂ। ਸਿਰਫ ਤੇ ਸਿਰਫ ਅੱਜ ਤੋਂ ਪਹਿਲਾਂ ਕੋਈ ਕੁਰਬਾਨੀਆਂ ਨਹੀਂ ਹੋਈਆਂ। ਜਿਹੜਾ ਤੁਸੀਂ ਕਿਹੜੀ ਕੁਰਬਾਨੀ? ਤੁਸੀਂ ਆਪਣੇ ਪ੍ਰਧਾਨ ਨੂੰ ਕੇਜਰੀਵਾਲ ਦੇ ਪੈਰਾਂ ਚੋਂ ਕੱਢ ਕੇ ਲੈ ਆਓ, ਥੱਲੇ ਪੰਜਾਬ 'ਚ ਲੈ ਕੇ ਬਿਠਾਓ ਉਹਨੂੰ, ਠੀਕ ਹੈ ਨਾ? ਐਵੇਂ ਪਿਛੋਕੜ ਨੂੰ ਤੁਰੇ ਜਾਓ। ਅੱਜ ਤੁਸੀਂ ਲਟਾਉਣ ਲੱਗੇ ਹੋਏ ਪੰਜਾਬ ਨੂੰ, ਚਾਹੇ ਉਹ ਕੇਂਦਰ ਕਬਜ਼ੇ ਕਰ ਰਿਹਾ, ਚਾਹੇ ਹਰਿਆਣਾ ਕਬਜ਼ੇ ਕਰ ਰਿਹਾ।
ਕਿਉਂਕਿ ਤੁਹਾਡਾ ਮੁਖੀ ਇੱਥੇ ਨਹੀਂ ਬੈਠਾ ਹੋਇਆ ਐਵੇਂ ਪੁਰਾਣੀਆਂ ਕਰਕੇ ਜੀ ਉਹਦਾ ਨਹੀਂ ਹੋਇਆ। ਹਜ਼ਾਰਾਂ ਕੁਰਬਾਨੀਆਂ ਦੇ ਦਿੱਤੀਆਂ ਪੰਜਾਬ ਵਾਸਤੇ, ਹਜ਼ਾਰਾਂ ਕੁਰਬਾਨੀਆਂ ਜਿਹੜੀਆਂ ਅਸੀਂ ਚੰਡੀਗੜ੍ਹ ਵਾਸਤੇ ਦੇ ਦਿੱਤੀਆਂ। ਜ਼ਿੰਮੇਵਾਰ ਅਕਾਲੀ ਦਲ ਹੈ। ਤੁਸੀਂ ਕੱਲ ਦੇ ਜੰਮੇ ਨਹੀਂ ਹੈਗੇ ਸੰਧੂ ਸਾਹਿਬ। ਇਸੇ ਸਟੇਜ ਚੋਂ ਬਾਹਰ ਆਉਣੀਆਂ ਹੈ ਕਿਤੇ ਬਣਾ ਤੁਹਾਨੂੰ ਪਤਾ ਨਹੀਂ ਤੱਕ। ਆਪਾਂ ਜਵਾਬ ਲੈ ਲਈਏ। ਸੰਧੂ ਸਾਹਿਬ ਇਹ ਕਹਿ ਰਹੇ ਹੈ ਕਿ ਆਪ ਦੀ ਜ਼ਿੰਮੇਵਾਰੀ ਹੈ, ਜ਼ਿੰਮੇਵਾਰੀ ਨਹੀਂ ਨਿਭਾ ਰਹੀ। ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਹੋ। ਪੁਲਿਸ ਆਪਾਂ ਜਵਾਬ ਲੈ ਲਈਏ, ਸਰਕਾਰ ਦੀ ਆਪਾਂ ਜਵਾਬ ਲੈ ਲਈਏ, ਇਸ ਮੁੱਦੇ ਤੇ ਜਵਾਬ ਲੈ ਲਈਏ। ਨਲਾਇਕ ਸਰਕਾਰ ਹੈ, ਜ਼ਿੰਮੇਵਾਰੀ ਤੋਂ ਭੱਜੇ। ਨਲਾਇਕ ਸਰਕਾਰ ਹੈ, ਨਲਾਇਕ ਮੁੱਖ ਮੰਤਰੀ ਹੈ ਜਿਹੜਾ ਆਪਣੀ ਜ਼ਿੰਮੇਵਾਰੀ ਤੋਂ ਭੱਜਿਆ ਹੋਇਆ ਹੈ। ਤੁਸੀਂ ਕਿਸੇ ਵੀ ਪੱਖ ਤੇ ਜ਼ਿੰਮੇਵਾਰੀ ਨਹੀਂ ਨਿਭਾਈ। ਮੈਂ ਕਿਹਾ ਜ਼ਿੰਮੇਵਾਰੀਆਂ ਨਿਭਾਈਆਂ। ਆਪਾਂ ਬਾਕੀ ਮਹਿਮਾਨਾਂ ਤੋਂ ਵੀ ਜਵਾਬ ਲੈ ਲਈਏ। ਤੁਹਾਡਾ ਵੀ ਬਣਾਇਆ ਮੁੱਖ ਮੰਤਰੀ ਪੁਲਿਸ ਸਾਹਿਬ, ਤੁਹਾਡੀ ਗੱਲ ਆ ਗਈ। ਭੱਜਿਆ ਹੋਇਆ ਤੁਸੀਂ ਭਗੌੜਾ। ਪੁਲਿਸ ਸਾਹਿਬ ਗੱਲ ਆ ਗਈ ਤੁਹਾਡੀ। ਪੰਜਾਬ ਦੇ ਲੋਕਾਂ ਦਾ ਭਗੌੜਾ। ਪੰਜਾਬ ਨੂੰ ਸੰਧੂ ਸਾਹਿਬ ਏਦਾਂ ਪੰਜਾਬ ਦੇ ਹੱਕਾਂ ਲਈ ਨਹੀਂ ਲੜਿਆ ਜਾਏਗਾ। ਆਪਾਂ ਜਵਾਬ ਲੈ ਲਈਏ, ਬਾਕੀ ਮਹਿਮਾਨਾਂ ਤੋਂ ਵੀ ਪੁੱਛ ਲਈਏ। ਸੰਧੂ ਸਾਹਿਬ ਥੈਂਕ ਯੂ। ਪੰਜਾਬੀ ਦੀ ਚਿੱਠੀ ਲਿਖਾਉਣ ਵਾਸਤੇ ਤੁਹਾਡਾ ਮੁੱਖ ਮੰਤਰੀ ਭਗੌੜਾ ਹੈ ਸੰਧੂ ਸਾਹਿਬ। ਤੁਸੀਂ ਲੋਕ ਮੌਕਾ ਪ੍ਰਸਤ ਲੋਕ, ਲੋਕਾਂ ਨੂੰ ਧੋਖਾ ਦੇ ਕੇ ਵੋਟਾਂ ਲੈ ਕੇ ਆਏ ਲੋਕ, ਗੱਠਜੋੜ ਕੀਤਾ ਜਿਨ੍ਹਾਂ ਨੇ ਪੰਜਾਬ ਨੂੰ ਵੇਚਤਾ, ਦਿੱਲੀ ਦੇ ਹੱਥਾਂ 'ਚ ਵੇਚਤਾ, ਜਿਨ੍ਹਾਂ ਨੇ ਪੰਜਾਬ ਨੂੰ ਦਿੱਲੀ ਦੇ ਹੱਥਾਂ 'ਚ ਵੇਚਤਾ, ਲੋਕਾਂ ਨੂੰ ਵੇਚਤਾ। ਤੁਸੀਂ ਆਪਣਾ ਜ਼ਮੀਰ ਤੇ ਵੇਚਿਆ ਸੀ, ਅੱਜ ਲੋਕਾਂ ਨੂੰ ਵੇਚਤਾ ਤੁਸੀਂ। ਪੁਲਿਸ ਸਾਹਿਬ, ਸੰਧੂ ਸਾਹਿਬ ਤੁਹਾਡੇ ਦੋਨਾਂ ਦਾ ਵਿਊ ਪੁਆਇੰਟ ਆ ਗਿਆ। ਸੰਧੂ ਸਾਹਿਬ ਬਰਾਏ ਮਿਹਰਬਾਨੀ, ਦੇਖੋ ਤੁਹਾਡਾ ਵਿਊ ਪੁਆਇੰਟ ਵੀ ਆ ਗਿਆ, ਬਾਕੀ ਮਹਿਮਾਨਾਂ ਦੀ ਆਪਾਂ ਰਾਏ ਲੈ ਲਈਏ। ਸੰਜੀਦਾ ਮੁੱਦਾ ਹੈ, ਸਾਰਿਆਂ ਨੂੰ ਆਪਣੀ ਰਾਏ ਦੇਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਅਮਰਿੰਦਰ ਜੀ, ਤੁਸੀਂ ਵੀ ਚੰਡੀਗੜ੍ਹ ਦੇ ਲੰਬੇ ਸਮੇਂ ਤੋਂ ਵਸਨੀਕ ਹੋ, SGPC ਦੇ ਮੈਂਬਰ ਰਹੇ ਹੋ। ਜੋ ਸਥਿਤੀ ਇਸ ਵੇਲੇ ਬਣੀ ਵੀ ਹੈ, ਕਿਉਂ ਪੰਜਾਬ ਨੂੰ ਚੰਡੀਗੜ੍ਹ ਚੋਂ ਬਾਹਰ ਧੱਕਿਆ ਜਾ ਰਿਹਾ। ਹੁਣ ਰਾਜਧਾਨੀ ਦੀ ਜਦੋਂ ਗੱਲ ਕਰਦੇ ਹਾਂ ਤਾਂ ਸਿੱਧੇ ਤੌਰ ਤੇ ਜ਼ਮੀਨ ਜਿਹੜੀ ਹਰਿਆਣਾ ਵੱਲੋਂ ਵਿਧਾਨ ਸਭਾ ਲਈ ਜਿਸ ਤਰ੍ਹਾਂ ਹਥਿਆਈ ਜਾ ਰਹੀ ਹੈ, ਕੀ ਦੇਖਦੇ ਹੋ ਕਿ ਇਹਦੇ ਤੇ ਸਾਰੀਆਂ ਧਿਰਾਂ ਹੀ ਜ਼ਿੰਮੇਵਾਰ ਹੈ ਜਾਂ ਕੇਂਦਰ ਕੱਲਾ ਜ਼ਿੰਮੇਵਾਰ ਹੈ? ਕੌਣ ਹੈ ਸਾਰਾ ਕੁਝ ਜੋ ਪੰਜਾਬ ਦੇ ਨਾਲ ਵਾਪਰ ਰਿਹਾ ਵਰਤਾਰਾ ਇਸ ਵੇਲੇ? ਸਿੱਧੂ ਸਾਹਿਬ, ਤੁਸੀਂ ਖੁਦ ਹੀ ਜਵਾਬ ਦੇ ਦਿੱਤਾ ਕਿ ਸਾਰੀਆਂ ਧਿਰਾਂ ਜ਼ਿੰਮੇਵਾਰ ਹੈ। ਮੈਂ ਮੰਨਦਾ ਕੋਈ ਧਿਰੇ ਦੇ ਵਿੱਚ ਪਾਕ ਸਾਫ਼ ਨਹੀਂ ਹੈ। ਹਰ ਧਿਰ ਨੇ ਆਪਣੀ ਰਾਜ ਸੱਤਾ ਹਥਿਆਣ ਲਈ ਚੰਡੀਗੜ੍ਹ ਦੇ ਮੁੱਦੇ ਨੂੰ ਵਰਤਿਆ। ਤੇ ਜੇ ਆਪਾਂ ਸ਼ੁਰੂ ਤੋਂ ਇਹਦੀ ਗੱਲ ਕਰੀਏ ਤੇ 1947 ਦੇ ਵਿੱਚ ਦੇਸ਼ ਨੂੰ ਜਦੋਂ ਆਜ਼ਾਦੀ ਮਿਲੀ ਤੇ ਉੱਥੋਂ ਲੈ ਕੇ 1966 ਤੱਕ ਜਿਹੜੀ ਹੈ ਪੰਜਾਬ ਦੀ ਰਾਜਧਾਨੀ ਦੀ ਜੇ ਆਪਾਂ ਉਹਦਾ ਟਰੈਕ ਦੇਖੀਏ ਤੇ ਲਾਹੌਰ ਤੋਂ ਉੱਜੜ ਕੇ ਆਏ ਹੁਸ਼ਿਆਰਪੁਰ ਆ ਗਏ, ਹੁਸ਼ਿਆਰਪੁਰ ਤੋਂ ਚੱਕ ਥਲ ਕੀਤੀ ਸ਼ਿਮਲੇ ਚਲੇ ਗਏ, ਸ਼ਿਮਲੇ ਤੋਂ ਚੱਕ ਕੇ ਲਿਆਏ ਚੰਡੀਗੜ੍ਹ ਆ ਗਏ ਤੇ 1966 'ਚ ਚੰਡੀਗੜ੍ਹ ਤੋਂ ਵੀ ਕਹਿ ਦਿੱਤਾ ਵੀ ਭਾਈ ਹੁਣ ਚੰਡੀਗੜ੍ਹ ਵੀ ਤੁਹਾਡਾ ਨਹੀਂ ਹੈ ਤੇ ਆਪਣਾ ਹੁਣ ਤੁਸੀਂ ਇੱਥੇ ਕਿਰਾਏਦਾਰ ਬਣ ਗਏ ਹੋ, ਕਿਰਾਇਆ ਦਿਓ ਇਹਦਾ ਜੀ। ਸੋ ਇਹ ਮਤਲਬ ਆਪਾਂ ਹਿਸਾਬ ਲਾਈਏ 47 ਤੋਂ 66 ਤਕਰੀਬਨ 19 ਸਾਲ ਬਣਦੇ ਆ। 19 ਸਾਲਾਂ ਦੇ ਵਿੱਚ 52 ਤੋਂ 66 ਦੇ ਲਾਈਏ ਤਾਂ 14 ਸਾਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਰਹੀ ਹੈ। ਉਹ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਹੈ ਹੀ ਨਹੀਂ ਹੈ ਤੇ 75 ਸਾਲ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਦੇਸ਼ ਤੇ ਪੰਜਾਬ ਜਿਹੜਾ ਹੈਗਾ ਤੁਹਾਡੇ ਸਾਹਮਣੇ ਹੀ ਹੈ। ਪੰਜਾਬ ਦਾ ਕਿਸਾਨ ਜਿਹੜਾ ਉਹ ਖੁਦਕੁਸ਼ੀਆਂ ਕਰ ਰਿਹਾ ਹੈ ਤੇ ਪਾਣੀਆਂ ਦਾ ਮਸਲਾ, BBMB ਦਾ ਮਸਲਾ, ਬੜੀ ਲੰਬੀ ਲਿਸਟ ਹੈ, ਉਹਨੂੰ ਜੇ ਗਿਣਨ ਲੱਗਾਂਗੇ ਤੇ ਆਫ ਟਰੈਕ ਚਲੇ ਜਾਏਗੀ ਗੱਲ। ਸੋ ਮਸਲਾ ਚੰਡੀਗੜ੍ਹ ਦਾ ਜਿਹੜਾ ਉਲਝਿਆ ਹੋਇਆ ਹੈਗਾ ਉਹਦੇ ਵਿੱਚ ਕੋਈ ਵੀ ਬੰਦਾ ਆਪਾਂ ਉਸ ਨੂੰ ਕਲੀਨ ਚਿੱਟ ਨਹੀਂ ਦੇ ਸਕਦੇ। ਨਹਿਰੂ ਲਾ ਲਈਏ, ਇੰਦਰਾ ਗਾਂਧੀ ਲਾ ਲਈਏ, ਮੋਦੀ ਲਾ ਲਈਏ ਜਾਂ ਹੋਰ ਜਿੰਨੇ ਪ੍ਰਧਾਨ ਮੰਤਰੀ ਆਏ, ਕਿਸੇ ਵੀ ਬੰਦੇ ਨੇ ਸਵਾਲ ਜਿਹੜਾ ਹੈਗਾ, ਦੇਖੋ ਪ੍ਰਧਾਨ ਮੰਤਰੀਆਂ ਦੀ ਗੱਲ ਆਪਣੀ ਜਗ੍ਹਾ ਤੇ, ਚੰਡੀਗੜ੍ਹ ਦੇ ਵਸਨੀਕ ਹੋ। ਮੈਂ ਇੱਕ ਸਵਾਲ ਲੈਣਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਚੰਡੀਗੜ੍ਹ ਦੇ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ, ਹੁਣ ਕਿੱਦਾਂ ਜਿਹੜਾ ਹੈਗਾ ਹਰਿਆਣਾ ਨੂੰ ਦਿੱਤਾ ਜਾ ਰਿਹਾ ਇਲਾਕਾ? ਦੇਖੋ ਉਹ ਨਹੀਂ ਰੁਕਣਾ ਜੀ, ਉਹ ਢਿੱਡੋਂ ਮਤਲਬ ਦਿੱਲੀ ਖੋਟੀ ਆ, ਜਦੋਂ ਤੱਕ ਉਹ ਚੀਜ਼ ਰੁਕ ਨਹੀਂ ਸਕਦੀ। ਜਦੋਂ ਇੱਕ ਚੀਜ਼ ਡਿਸਪਿਊਟਡ ਹੈਗੀ ਹੈ, ਡਿਸਪਿਊਟਡ ਦੇ ਵਿੱਚੋਂ ਤੁਸੀਂ ਇੱਕ ਧਿਰ ਨੂੰ ਕਿਵੇਂ ਸਮਾਨ ਚੱਕ ਕੇ ਦੇ ਸਕਦੇ ਹੋ? ਜਦੋਂ ਤੁਸੀਂ ਚੰਡੀਗੜ੍ਹ ਨੂੰ ਡਿਸਪਿਊਟਡ ਟੈਰੀਟਰੀ ਕਰਕੇ ਯੂਨੀਅਨ ਟੈਰੀਟਰੀ ਬਣਾਤਾ ਹੈ ਤੇ ਉਹਦੇ ਵਿੱਚੋਂ ਤੁਸੀਂ ਇੱਕ ਧਿਰ ਨੂੰ ਕਹਿ ਰਹੇ ਲੈ ਵੀ ਤੈਨੂੰ ਇੰਨੀ ਜ਼ਮੀਨ ਦੇ ਦਿੱਤੀ ਤੇ ਦੂਜੀ ਨੂੰ ਕਹਿ ਰਹੇ ਵੀ ਤੇਰੇ ਲਈ ਨਹੀਂ ਹੈ। ਸੋ ਇਹ ਡੰਡੀ ਜਿਹੜੀ ਮਾਰਨੀ, ਜਿਵੇਂ ਆਪਾਂ ਦੇਸੀ ਭਾਸ਼ਾ ਕਹੀਏ ਕਿ ਡੰਡੀ ਮਾਰਦਾ ਜਦੋਂ ਜਿਹੜਾ ਵਪਾਰੀ ਹੁੰਦਾ ਤੇ ਉਹ ਡੰਡੀ ਮਾਰ ਰਹੀ ਹੈ ਦਿੱਲੀ ਤੇ ਉਹਦੀ ਜਿਹੜੀ ਮਨ ਦੇ ਵਿੱਚ ਜਿਹੜਾ ਖੋਟ ਹੈ ਉਹ ਜਦੋਂ ਤੱਕ ਨਹੀਂ ਦੂਰ ਹੋਏਗਾ ਉਦੋਂ ਤੱਕ ਮਸਲਾ ਹੱਲ ਨਹੀਂ ਹੋਣਾ। ਟਰੈਕ ਤੁਹਾਡੇ ਸਾਹਮਣੇ ਹੈ 47 ਤੋਂ ਲੈ ਕੇ ਅੱਜ ਤੱਕ। ਤੇ ਜੇ ਆਪਾਂ ਚੰਡੀਗੜ੍ਹ ਦੇ ਉਹਦੀ ਗੱਲ ਕਰੀਏ ਤੇ ਇੱਥੇ ਮਤਲਬ ਜਿਹੜਾ ਜਦੋਂ ਇਹਨੂੰ ਵੰਡਿਆ ਗਿਆ ਉਦੋਂ ਕਿਹਾ ਗਿਆ ਜੀ 60-40 ਦੀ ਅਨੁਪਾਤ ਨਾਲ ਇੱਥੇ ਸਟਾਫ ਕੰਮ ਕਰੇਗਾ, 40% ਹਰਿਆਣੇ ਤੋਂ ਆਇਆ ਕਰੇਗਾ ਤੇ 60% ਚੰਡੀਗੜ੍ਹ ਤੋਂ ਆਏਗਾ। ਤੇ ਤੁਸੀਂ ਅੱਜ ਰਿਕਾਰਡ ਕੱਢ ਕੇ ਦੇਖ ਲਓ, ਸਾਰਾ ਚੰਡੀਗੜ੍ਹ ਕੈਡਰ ਹੀ ਨਵਾਂ ਬਣਾ ਲਿਆ। ਉਹ ਕਿਹਨੇ ਮਨਜ਼ੂਰੀ ਦਿੱਤੀ? ਉਹ ਚੰਡੀਗੜ੍ਹ ਕੈਡਰ ਦੀ ਕਿੱਥੋਂ ਆ ਗਈ ਗੱਲ? ਸੋ ਮਤਲਬ ਇਹ ਸਾਰਾ ਕੁਝ ਐਸੇ ਤਰੀਕੇ ਦੇ ਨਾਲ ਉਹਨੂੰ ਲੁੱਟਿਆ ਜਾ ਰਿਹਾ। ਪੰਜਾਬ ਦੇ ਜਿਹੜੇ ਮਤਲਬ ਰਿਸੋਰਸਿਸ ਹੈਗੇ ਆ ਤੇ ਪੰਜਾਬ ਦੀ ਜਨਤਾ, ਜਿਵੇਂ ਤੁਸੀਂ ਗੱਲ ਕੀਤੀ 56 ਪਿੰਡਾਂ ਨੂੰ ਉਜਾੜ ਕੇ ਇਹਨੂੰ ਵਸਾਇਆ ਗਿਆ ਤੇ ਉਹ ਦਰ ਦੀਆਂ ਠੋਕਰਾਂ ਖਾ ਰਹੇ ਆ ਬੰਦੇ। ਉਹ ਅੱਜ ਦਿਹਾੜੀ ਨਹੀਂ ਉਹਨਾਂ ਨੂੰ ਚੰਡੀਗੜ੍ਹ 'ਚ ਲੱਭਦੀ ਤੇ ਉਹ ਬਿਲਕੁਲ ਖਾਨਾ ਬਦੋਸ਼ਾਂ ਵਾਂਗਦੀ ਜ਼ਿੰਦਗੀ ਬਿਤਾ ਰਹੇ ਆ। ਤੁਹਾਡਾ ਵਿਊ ਪੁਆਇੰਟ ਆ ਗਿਆ ਅਮਰਿੰਦਰ ਜੀ, ਬਿਲਕੁਲ ਲਗਾਤਾਰ ਚੱਲਿਆ ਹੋਇਆ ਉਜਾੜਾ। ਬਿਲਕੁਲ ਜਿਸ ਤਰੀਕੇ ਦੀ ਆਪਾਂ ਗੱਲ ਕਰਦੇ ਹਾਂ ਕਿੱਦਾਂ ਜਿਹੜਾ ਹੈਗਾ ਚੰਡੀਗੜ੍ਹ ਜਿਹੜਾ ਵਸਾਇਆ ਗਿਆ ਪੰਜਾਬ ਦੇ
ਪਿੰਡ ਉਜਾੜ ਕੇ। ਬਾਬਾ ਜੀ, ਇਸ ਮਾਮਲੇ ਤੇ ਤੁਸੀਂ ਗੱਲ ਕਰ ਰਹੇ ਸੀ, ਅਕਾਲੀ ਦਲ ਦੇ ਬੁਲਾਰੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸਮਝੌਤਾ ਹੋਇਆ ਸੀ, ਜੇ ਕਿਤੇ ਉਹਨੂੰ ਸਹੀ ਢੰਗਾਂ ਨਾਲ ਲਾਗੂ ਕੀਤਾ ਜਾਂਦਾ ਤਾਂ ਅੱਜ ਇਹ ਸਥਿਤੀ ਨਾ ਹੁੰਦੀ। ਦੂਜੇ ਪਾਸੇ ਜਿਹੜੇ ਸਵਾਲ ਸਮੇਂ ਦੀਆਂ ਸਰਕਾਰਾਂ ਤੇ ਵੀ ਉੱਠ ਰਹੇ ਹੈ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਵਿਧਾਨ ਸਭਾ ਦੇ ਅੰਦਰ ਜਿਹੜਾ ਜਦੋਂ ਰਾਜਪਾਲ ਆਪਣੇ ਭਾਸ਼ਣ ਦਿੰਦੇ ਹੈ ਤਾਂ ਉਸ ਵੇਲੇ ਜਿਹੜਾ ਰਾਜਪਾਲ ਦੇ ਭਾਸ਼ਣ ਜ਼ਰੂਰ ਲਿਖਿਆ ਜਾਂਦਾ ਕਿ ਚੰਡੀਗੜ੍ਹ ਤੇ ਪੰਜਾਬ ਦਾ ਅਧਿਕਾਰ ਹੈ, ਪਰ ਦਹਾਕਿਆਂ ਤੋਂ ਸਿਰਫ ਰਾਜਪਾਲ ਦੇ ਭਾਸ਼ਣਾਂ ਦਾ ਸ਼ਿੰਗਾਰ ਬਣ ਕੇ ਰਹਿ ਗਈ ਇਹ ਲਾਈਨ। ਜੀ ਬਾਬਾ ਜੀ। ਪਹਿਲਾਂ ਤਾਂ ਮੈਂ ਜੋ ਸਾਡੇ ਬੀਜੇਪੀ ਦੇ ਆਗੂ ਸਾਹਿਬਾਨ ਬੈਠੇ ਨੇ, ਸੰਜੇ ਜੀ, ਇਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦਾ ਬੀਜੇਪੀ ਯੂਨਿਟ ਇਸ ਗੱਲ ਤੇ ਪੂਰੀ ਤਰ੍ਹਾਂ ਕਾਰਵਾਈ ਕਰੇਗਾ ਪੰਜਾਬ ਤੇ ਮੈਂ ਇਹਨਾਂ ਨੂੰ ਇੱਕ ਸਵਾਲ ਕਰਦਾ ਹੈਗਾ ਬੜੀ ਰਿਸਪੈਕਟਫੁਲੀ, ਬੜੀ ਨਿਮਰਤਾ ਨਾਲ, ਕਿ ਇਹ ਇਸ ਪਲੇਟਫਾਰਮ ਤੇ ਇਸ ਡਿਬੇਟ ਦੇ ਵਿੱਚ ਇਸ ਗੱਲ ਦੀ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਨੇ ਕਿ ਪੰਜਾਬ ਦਾ ਬੀਜੇਪੀ ਯੂਨਿਟ ਹਰਿਆਣਾ ਸਰਕਾਰ ਦੇ ਇਸ ਫੈਸਲੇ ਦਾ ਖੰਡਨ ਕਰਦਾ, ਇਹਦਾ ਵਿਰੋਧ ਕਰਦਾ। ਦੂਜੀ ਗੱਲ, ਮੈਂ ਹਰਜੀਤ ਭੁੱਲਰ ਜੀ ਦੀ ਗੱਲ ਨਾਲ ਇਤਫਾਕ ਰੱਖਦਾ ਕਿ ਚੰਡੀਗੜ੍ਹ ਦਾ ਮਸਲਾ ਕਾਫੀ ਦੇਰ ਤੋਂ ਪੈਂਡਿੰਗ ਰਿਹਾ ਹੈ, ਲੇਕਿਨ ਉਹਦਾ ਇੱਕ ਸੱਚ ਇਹ ਵੀ ਹੈਗਾ ਕਿ ਪੰਜਾਬ ਜਦੋਂ ਚੰਡੀਗੜ੍ਹ ਦਾ ਦੌਰ ਆਇਆ ਉਸ ਤੋਂ ਬਾਅਦ ਬੜੇ ਕਾਲੇ ਦੌਰ ਤੋਂ ਗੁਜ਼ਰਿਆ। ਅਸੀਂ ਸਾਰੇ ਜਾਣਦੇ ਹਾਂ ਸਰਦਾਰ ਚੰਦ ਸਿੰਘ ਲੌਂਗੋਵਾਲ ਜੀ ਦੇ ਅਸੈਸੀਨੇਸ਼ਨ ਤੋਂ ਬਾਅਦ ਪੰਜਾਬ ਨੇ ਕਿੰਨਾ ਮਾੜਾ ਸਤਾਪ ਹੋ ਗਿਆ ਮਿਲੀਟੈਂਸੀ ਦਾ, ਕਿੰਨੇ ਸਾਡੇ ਚੰਗੇ ਪੋਲੀਟੀਕਲ ਲੋਕ, ਸੋਸ਼ਲ ਲੋਕ, ਪੁਲਿਸ ਆਫੀਸਰਾਂ ਦੀ ਸ਼ਹਾਦਤਾਂ ਹੋਈਆਂ, ਕਿੰਨੇ ਨੌਜਵਾਨ ਇਸ 'ਚ ਖਰਾਬ ਹੋਏ, ਕਿਸ ਤਰ੍ਹਾਂ ਦੁਬਾਰਾ ਪੰਜਾਬ ਦੇ ਲੋਕਾਂ ਨੇ ਮਿਲ ਕੇ ਸਰਕਾਰ ਦਾ ਸਾਥ ਦਿੱਤਾ ਤੇ ਅਮਨ ਸ਼ਾਂਤੀ ਬਹਾਲ ਹੋਈ ਤੇ ਦੁਬਾਰਾ ਪੰਜਾਬ ਤਰੱਕੀ ਦੀ ਰਾਹ ਤੇ ਤੁਰਿਆ। ਤੇ ਇਸ ਦੌਰਾਨ ਅਗਰ ਅਸੀਂ ਸਰਕਾਰਾਂ ਨੂੰ ਬਲੇਮ ਕਰੀਏ, ਮੈਂ ਸਮਝਦਾ ਹੈ ਕਿ ਉਹ ਬਹੁਤ ਐਸਟੈਬਲਿਸ਼ ਕਰਨਾ ਔਖਾ ਹੋ ਜਾਏਗਾ ਕਿ ਕਿਹਦਾ ਕਿੰਨਾ ਫਾਲਟ ਸੀਗਾ। ਲੇਕਿਨ ਨਟਸ਼ਲ ਇਹ ਗੱਲ ਬਿਲਕੁਲ ਠੀਕ ਹੈ ਕਿ ਚੰਡੀਗੜ੍ਹ ਦਾ ਮਸਲਾ ਪੈਂਡਿੰਗ ਰਿਹਾ, ਲੇਕਿਨ ਕੇਂਦਰ ਦੇ ਵਿੱਚ ਕਾਂਗਰਸ ਦੀ 10 ਸਾਲ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਰਹੀ, ਯੂਪੀਏ ਸਰਕਾਰ 2004 ਤੋਂ 2014 ਤੱਕ। ਉਸ ਤੋਂ ਪਹਿਲਾਂ ਰਹੀ ਹੈ ਨਰਸਿਮਹਾ ਰਾਓ ਦੀ ਸਰਕਾਰ, ਉਸ ਤੋਂ ਪਹਿਲਾਂ ਹੋਰ ਵੀ ਸਰਕਾਰਾਂ ਰਹੀਆਂ ਨੇ। ਕਿਸੇ ਸਰਕਾਰ ਨੇ ਇਸ ਮੁੱਦੇ ਨੂੰ ਏਦਾਂ ਡਿਵੀਏਟ ਕਰਨ ਦੀ, ਤੋੜਨ ਦੀ, ਮਿਸਯੂਜ਼ ਕਰਨ ਦੀ ਜਾਂ ਪੰਜਾਬ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਇਹ ਵੀ ਇੱਕ ਸੱਚ ਹੈ। ਜਿੱਥੇ ਤੱਕ ਅਸੀਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਆਗੂ ਸਾਹਿਬਾਨ ਦੀ, ਮੈਂ ਇਹਨਾਂ ਨੂੰ ਬੜੀ ਇੱਕ ਗੱਲ ਐਡਵਾਈਸ ਦੇਣੀ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਲੋਕਾਂ ਤੋਂ ਜਦੋਂ ਵੋਟਾਂ ਮੰਗਣ ਗਈ ਸੀਗੀ ਨਾ ਇਲੈਕਸ਼ਨ ਦੇ ਵਿੱਚ, ਉਹਨਾਂ ਨੇ ਕਿਤੇ ਇਹ ਨਹੀਂ ਕਿਹਾ ਸੀਗਾ ਕਿ ਸਾਡੇ ਪਿਛਲਾ ਫਲਾਨਾ ਕਰ ਗਿਆ, ਟਿੱਕਾ ਫਲਾਨਾ ਕਰ ਗਿਆ। ਇਹ ਬਦਲਾਵ ਦੀ ਗੱਲ ਲੈ ਕੇ ਆਏ ਸੀ। ਲੋਕਾਂ ਨੇ ਵਿਸ਼ਵਾਸ, ਇਹਨਾਂ ਦੇ ਵਾਅਦਿਆਂ ਤੇ, ਇਹਨਾਂ ਦੇ ਕੌਨਫੀਡੈਂਸ ਤੇ ਵਿਸ਼ਵਾਸ ਰੱਖ ਕੇ ਇਹਨਾਂ ਨੂੰ ਵੋਟ ਪਾਈ ਹੈ। ਜੀ ਸੋਚਣਗੇ ਨਾ ਖਹਿੜਾ ਛੁੱਟ ਜਾਊਗਾ ਕਿ ਜੀ ਜਦੋਂ SYL ਦੀ ਗੱਲ ਹੋਈ ਜੀ ਪਿਛਲੇ ਕੰਡੇ ਹੋ ਗਏ ਸੀ, ਉਹ ਭਾਈ ਪਿਛਲਿਆਂ ਨੇ ਪਾਣੀ ਨਹੀਂ ਜਾਣ ਦਿੱਤਾ ਪੰਜਾਬ ਦਾ। ਹਾਂ, ਤੁਹਾਡੀ ਸਰਕਾਰ 'ਚ ਅਗਰ ਪਾਣੀ ਜਾਂਦਾ ਤਾਂ ਤੁਹਾਡੀ ਜਵਾਬਦੇਹੀ ਹੈ। ਅੱਜ ਅਗਰ ਤੁਹਾਡੀ ਸਰਕਾਰ ਦੇ ਰਹਿੰਦੇ ਆ ਚੰਡੀਗੜ੍ਹ ਦੇ ਵਿੱਚ ਹਰਿਆਣੇ ਵਾਲੇ ਵਿਧਾਨ ਸਭਾ ਬਣਾ ਜਾਂਦੇ ਆ ਤਾਂ ਤੁਹਾਡੀ ਜਵਾਬਦੇਹੀ ਹੈ। ਤੁਸੀਂ ਸਰਕਾਰ 'ਚ ਬੈਠੇ ਹੋ, ਤੁਸੀਂ ਕਿੱਦਾਂ ਬਲੇਮ ਕਰ ਸਕਦੇ ਹੋ ਕਿ ਜੀ ਪਿਛਲੀਆਂ ਸਰਕਾਰਾਂ ਨੇ ਵਿਧਾਨ ਸਭਾ ਨਹੀਂ ਬਣਨ ਦਿੱਤੀ, ਚਾਹੇ ਉਹ ਅਕਾਲੀ ਸਰਕਾਰ ਸੀ ਜਾਂ ਕਾਂਗਰਸ ਸਰਕਾਰ ਸੀਗੀ। ਜੇ ਤੁਹਾਡੀ ਸਰਕਾਰ 'ਚ ਅੱਜ ਹਰਿਆਣੇ ਦੀ ਵਿਧਾਨ ਸਭਾ ਚੰਡੀਗੜ੍ਹ 'ਚ ਬਣਦੀ ਹੈ ਤਾਂ ਪੰਜਾਬ ਸਿੱਧੇ ਤੌਰ ਤੇ ਜ਼ਿੰਮੇਵਾਰੀ। ਜੀ ਬਿਲਕੁਲ ਬਾਬਾ ਜੀ, ਫਿਰ ਆਵਾਂਗੇ ਇਸੇ ਮੁੱਦੇ ਤੇ ਆਪਾਂ ਤੁਹਾਡੇ ਵੱਲ। ਬਲੇਮ ਇਹਨਾਂ ਦੀ ਆਦਤ ਹੈ, ਕਦੇ ਉਹ ਸੈਂਟਰ ਨੂੰ ਬਲੇਮ ਕਰ ਦੋ, ਕਦੇ ਦੂਜੇ ਨੂੰ ਕਰ ਦੋ। ਪਹਿਲੀ ਗੱਲ ਤਾਂ ਬੀਜੇਪੀ ਦਾ ਪੰਜਾਬ ਯੂਨਿਟ ਕਲੈਰੀਫਿਕੇਸ਼ਨ ਦੇ ਕਿ ਉਹ ਖੰਡਨ ਕਰਦਾ ਹੈ ਖੱਟਰ ਸਰਕਾਰ ਦੇ ਇਸ ਫੈਸਲੇ ਦਾ। ਬਿਲਕੁਲ ਆਪਣੇ ਨਾਲ ਸੰਜੇ ਕਪੂਰ ਜੀ ਜੁੜੇ ਵੀ, ਆਪਾਂ ਜਵਾਬ ਲੈਣੇ ਆ। ਸੰਜੇ ਕਪੂਰ ਜੀ, ਬਹੁਤ ਵੱਡਾ ਸਵਾਲ ਜਲਾਵੰਤ ਬਾਬਾ ਹੁਣੀ ਕਹਿ ਰਿਹਾ ਕਿ ਇਸ ਮਾਮਲੇ ਤੇ ਕਲੈਰੀਫਿਕੇਸ਼ਨ, ਤੁਸੀਂ ਕਹਿ ਰਹੇ ਹੋ ਕਿ ਅਸੀਂ ਦਿੱਲੀ ਨਾਲ ਜਾਵਾਂਗੇ, ਉਹ ਕਹਿ ਰਹੇ ਵੀ ਇਸ ਗੱਲ ਤੇ ਸਪਸ਼ਟੀਕਰਨ ਹੋਣਾ ਚਾਹੀਦਾ ਹੈ ਕਿ ਇਸ ਮੁੱਦੇ ਤੇ ਪੰਜਾਬ ਦੇ ਹੱਕ 'ਚ ਕੇਂਦਰ ਦੀ ਸਥਿਤੀ ਦੇ ਵਿੱਚ ਨਾਲ ਖੜੇਗੀ ਭਾਰਤੀ ਜਨਤਾ ਪਾਰਟੀ। देखो, मैं ਤੁਹਾਨੂੰ ਪਹਿਲੇ ਵੀ ਆਪਣਾ ਵਿਊ ਪੁਆਇੰਟ ਬਹੁਤ ਕਲੀਅਰ ਕਰ ਚੁੱਕਾ ਹਾਂ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਤੇ ਪੰਜਾਬੀਅਤ ਦੇ ਨਾਲ ਖੜੀ ਹੈ। ਜਿੱਥੇ ਵੀ ਕੋਈ ਵੀ ਪਾਰਟੀ ਸਾਨੂੰ ਆਵਾਜ਼ ਮਾਰੇਗੀ, ਇਵਨ ਸਟੇਟ ਗਵਰਨਮੈਂਟ ਆਵਾਜ਼ ਮਾਰੇਗੀ, ਆਪਾਂ ਉੱਠ ਕੇ ਗਵਰਨਰ ਸਾਹਿਬ ਨੂੰ ਵੀ ਰਿਪਰੈਜ਼ੈਂਟੇਸ਼ਨ ਦੇਵਾਂਗੇ ਤੇ ਸੈਂਟਰ ਗਵਰਨਮੈਂਟ ਨੂੰ ਵੀ ਇੱਕ ਗੱਲ ਸਵਾਲ ਦੇਵਾਂਗੇ। ਬੀਜੇਪੀ ਇੱਕ ਨੈਸ਼ਨਲ ਗਵਰਨਮੈਂਟ ਨੂੰ ਵੀ ਇਹਦੇ ਤੇ ਰਿਪਰੈਜ਼ੈਂਟੇਸ਼ਨ ਦੇਵਾਂਗੇ। ਕਿਸੇ ਵੀ ਮੁੱਦੇ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਇਹਦੇ ਤੇ ਕੰਪਰੋਮਾਈਜ਼ ਨਹੀਂ ਕਰੇਗੀ। ਸਾਡਾ ਸਟੈਂਡ ਬਿਲਕੁਲ ਕਲੀਅਰ ਹੈਗਾ ਕਿ ਚੰਡੀਗੜ੍ਹ ਪੰਜਾਬ ਦਾ ਹੈਗਾ ਸੀ ਔਰ ਹਮੇਸ਼ਾ ਪੰਜਾਬ ਦਾ ਹੀ ਰਹੇਗਾ। ਔਰ ਹਰਿਆਣਾ ਜੇ ਆਪਣੀ ਅਸੈਂਬਲੀ ਬਣਾਉਣਾ ਚਾਹੁੰਦਾ ਹੈਗਾ ਵੈ ਤੇ ਉਹ ਹਰਿਆਣਾ ਦੇ ਵਿੱਚ ਕੋਈ ਜਗ੍ਹਾ ਦੇ ਕੇ ਅੱਜ ਇੰਨੇ ਸਾਲ ਤੋਂ ਇਹ ਮੁੱਦਾ ਚੱਲਦਾ ਆ ਰਿਹਾ ਹੈਗਾ ਵੈ। ਅਨਫੋਰਚੂਨੇਟਲੀ ਹੁੰਦਾ ਕੀ ਹੈਗਾ ਵੈ ਕਿ ਜਿਹੜੇ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਹੈ ਨਾ, ਇਹ ਪੰਜਾਬ ਦੇ ਵਿੱਚ ਇਹਨਾਂ ਦੇ ਮੰਤਰੀ ਤੇ ਚੀਫ ਮਿਨਿਸਟਰ ਖੱਡ ਬੈਠਣ ਰਹੇ ਆ ਤੇ ਕਦੀ ਦਿੱਲੀ, ਕਦੀ ਹਿਮਾਚਲ ਤੇ ਕਦੀ ਗੁਜਰਾਤ ਘੁੰਮਦੇ। ਸੰਜੇ ਜੀ, ਇੱਕ ਸਵਾਲ ਜਿਹੜਾ ਸੰਜੇ ਜੀ ਇੱਕ ਸਵਾਲ ਅਮਿਤ ਬਾਬਾ ਲੈ ਰਿਹਾ ਹੈ,
ਉਹ ਕਹਿ ਰਿਹਾ ਕਿ ਪਹਿਲਾਂ ਇਸ ਤਰ੍ਹਾਂ ਦੀ ਕਦੇ ਸਥਿਤੀ ਨਹੀਂ ਬਣੀ, ਚਾਹੇ ਕੇਂਦਰ ਦੇ ਵਿੱਚ ਕਿਹੜੀਆਂ ਵੀ ਸਰਕਾਰਾਂ ਰਹੀਆਂ। ਜੋ ਮੌਜੂਦਾ ਸਥਿਤੀ ਹੈ, ਜਿਸ ਤਰੀਕੇ ਨਾਲ ਹੁਣ ਹਰਿਆਣਾ ਨੂੰ ਜ਼ਮੀਨ ਦੇਣ ਦਾ ਮਾਮਲਾ ਆਇਆ ਹੈ ਜਾਂ ਚੰਡੀਗੜ੍ਹ ਨੂੰ ਤੋੜਨ ਦਾ ਮਾਮਲਾ ਜਿਹੜਾ ਚੱਲ ਰਿਹਾ, ਪਹਿਲਾਂ ਕਦੇ ਇਹੋ ਜਿਹੀ ਸਥਿਤੀ ਨਹੀਂ ਆ ਰਹੀ। ਇਹ ਅਮਿਤ ਬਾਵਾ ਹੁਣ ਦਾ ਸਵਾਲ ਹੈ। ਧਿਆਨ ਨਾਲ ਦੇਖੋ ਜੀ ਇੰਨੇ ਸਾਲ ਕਾਂਗਰਸ ਕੇਂਦਰ ਦੇ ਵਿੱਚ ਰਹੀ ਹੈ ਔਰ 1966 ਤੋਂ ਇਹ ਮੁੱਦਾ ਚੰਡੀਗੜ੍ਹ ਦਾ ਚੱਲਦਾ ਆ ਰਿਹਾ। ਕਿਉਂ ਨਹੀਂ ਕਾਂਗਰਸ ਸਰਕਾਰ ਨੇ ਇਹਦੇ ਬਾਅਦ ਕੇਂਦਰ ਦੇ ਵਿੱਚ ਰਾਜ ਕੀਤਾ ਹੈ? ਕਿਉਂ ਨਹੀਂ ਇਸ ਮੁੱਦੇ ਨੂੰ ਹੱਲ ਕੀਤਾ? ਇੰਨੇ ਸਾਲ ਲਟਕਾ ਕੇ ਰੱਖਿਆ ਕਾਂਗਰਸ ਸਰਕਾਰਾਂ ਨੇ ਜਾ ਕੇ ਤੇ ਅੱਜ ਐਲੀਗੇਸ਼ਨ ਬੀਜੇਪੀ ਤੇ ਨਹੀਂ ਲਗਾ ਸਕਦੇ ਹੈਗੇ ਜਾ ਬੀਜੇਪੀ ਨੇ ਮੁੱਦੇ ਨੂੰ ਲਟਕਾਇਆ। ਔਰ ਦੂਸਰੀ ਗੱਲ ਜੇ ਹਰਿਆਣਾ ਦੇ ਸੀਐਮ ਸਾਹਿਬ ਨੇ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਤੇ ਸਾਡੇ ਪੰਜਾਬ ਦੀ ਸਰਕਾਰ ਨੂੰ ਇਮੀਡੀਏਟਲੀ ਜਾ ਕੇ ਉਹਨੂੰ ਕਾਊਂਟਰ ਕਰਨਾ ਚਾਹੀਦਾ ਹੈ। ਜੀ ਜੀ ਅਨਫੋਰਚੂਨੇਟਲੀ ਹੁੰਦਾ ਕਿ ਪਿਆ ਕਿ ਮਾਨ ਸਾਹਿਬ ਨੂੰ ਪੰਜਾਬ ਦੇ ਮੁੱਦਿਆਂ ਦੇ ਵਿੱਚ ਇੰਟਰਸਟ ਘੱਟ ਹੈ, ਉਹ ਹਿਮਾਚਲ ਤੇ ਗੁਜਰਾਤ ਦੇ ਮੁੱਦਿਆਂ 'ਚ ਜ਼ਿਆਦਾ ਇੰਟਰਸਟ ਹੈ। ਇੰਝ ਲੱਗਦਾ ਹੈਗਾ ਕਿ ਪੰਜਾਬ ਦੇ ਚੀਫ ਮਿਨਿਸਟਰ ਨਹੀਂ ਹੈਗੇ ਜਿਵੇਂ ਉਹਨਾਂ ਨੇ ਗੁਜਰਾਤ ਦਾ ਚੀਫ ਮਿਨਿਸਟਰ ਬਣਨਾ ਹੋਵੇ। ਜੀ ਜੀ ਪੰਜਾਬ 'ਚ ਬੈਠਣ ਆ ਕੇ ਪੰਜਾਬ ਦੇ ਮੁੱਦਿਆਂ ਨੂੰ ਦੇਖਣ ਕੀ ਚੱਲਦੇ ਪਏ ਹੈ, ਪੰਜਾਬ ਦੇ ਵਿੱਚ ਕੀ ਇਸ਼ੂ ਪੈਦਾ ਹੋ ਰਹੇ ਹੈ, ਉਹਦੇ 'ਚ ਧਿਆਨ ਦੇਣ ਦੇ ਬਜਾਏ ਉਹ ਗੁਜਰਾਤ ਤੇ ਕਦੀ ਹਿਮਾਚਲ ਘੁੰਮਦੇ ਰਹਿੰਦੇ ਹੈਗੇ। ਆਪਣੇ ਨਾਲ ਸੰਧੂ ਸਾਹਿਬ ਬਣੇ ਵੀ ਆਪਾਂ ਸੰਧੂ ਸਾਹਿਬ ਤੋਂ ਜਵਾਬ ਲੈ ਲਈਏ। ਮੇਰਾ ਸਵਾਲ ਉੱਥੇ ਦਾ ਉੱਥੇ ਖੜਾ ਹੈ ਕਿ ਜਦੋਂ ਸੈਂਟਰ ਦੇ ਵਿੱਚ ਇਹਨਾਂ ਦੀ ਪਾਰਟੀ ਦੀ ਸਰਕਾਰ, ਹਰਿਆਣੇ 'ਚ ਇਹਨਾਂ ਦੀ ਪਾਰਟੀ ਦੀ ਸਰਕਾਰ, ਮੰਗਣ ਵਾਲੇ ਵੀ ਇਹੀ ਤੇ ਦੇਣ ਵਾਲੇ ਵੀ ਇਹੀ, ਇਹ ਕਿੱਦਾਂ ਕਹਿ ਸਕਦੇ ਨੇ? ਲੋਕਾਂ ਨੂੰ ਮੂਰਖ ਬਣਾਉਣ ਤੇ ਲੱਗੇ ਨੇ ਕਿ ਅਸੀਂ ਤੁਹਾਡੇ ਨਾਲ ਖੜਾਂਗੇ। ਮੰਗ ਕੌਣ ਰਿਹਾ ਹੈ? ਹਰਿਆਣੇ 'ਚ ਬੀਜੇਪੀ ਦੀ ਸਰਕਾਰ ਮੰਗ ਰਹੀ ਹੈ, ਦੇਏਗਾ ਕੌਣ ਪਰਮਿਸ਼ਨ? ਸੈਂਟਰ ਗਵਰਨਮੈਂਟ ਦੇਗੀ ਤੁਹਾਡੀ ਬੀਜੇਪੀ ਦੀ। ਤੁਸੀਂ ਉਹਨਾਂ ਦਾ ਖੰਡਨ ਕਰੋ ਪਹਿਲਾਂ, ਫੇਰ ਸਾਡੇ ਨਾਲ ਚੱਲੋ। ਬੀਜੇਪੀ ਦੀ ਸਰਕਾਰ ਸੰਧੂ ਸਾਹਿਬ ਤੇ ਹਰਿਆਣਾ ਦੀ ਬੀਜੇਪੀ ਦੀ ਗਵਰਨਮੈਂਟ ਨੇ ਮੰਗ ਲਿੱਤਾ ਹੈਗਾ ਤੇ ਸੈਂਟਰ ਨੇ ਦੇ ਦਿੱਤਾ ਹੈਗਾ ਵਾ। ਤੁਸੀਂ ਕੀ ਗੱਲਾਂ ਕਰਦੇ ਹੋ? ਕਿਸੇ ਨੂੰ ਤੁਸੀਂ ਕੋਈ ਗੱਲ ਡਿਮਾਂਡ ਰੱਖਣ ਤੋਂ ਮਨਾ ਕਰ ਸਕਦੇ ਹੈਗੇ ਹੋ? ਸਵਾਲ ਤੇ ਇਹ ਹੈ ਕਿ ਸਾਡਾ ਬੀਜੇਪੀ ਦਾ ਪੰਜਾਬ ਦਾ ਕੀ ਸਟੈਂਡ ਹੈਗਾ ਵਾ? ਸਾਡਾ ਸਟੈਂਡ ਆਪਾਂ ਤੁਹਾਨੂੰ ਬਿਲਕੁਲ ਕਲੀਅਰ ਕਰਨੇ ਪਏਗੇ। ਜੇ ਕੱਲ ਕੋਈ ਮੁੱਦਾ ਉੱਠਦਾ ਹੈਗਾ ਵੈ ਤੇ ਕੇਂਦਰ ਦੇ ਵਿੱਚ ਆਪਾਂ ਰਿਪਰੈਜ਼ੈਂਟ ਕਰਨ ਨੂੰ ਤਿਆਰ ਬੈਠੇ ਹੋਏ ਆ। ਕਪੂਰ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ ਬਾਵਾ ਜੀ। ਇੱਕ ਮਿੰਟ ਕਪੂਰ ਮੈਂ ਐਡ ਕਰਨਾ ਚਾਹੁੰਦਾ ਹਾਂ। ਫੁੱਲਰ ਸਾਹਿਬ, ਕਪੂਰ ਜੀ ਬੜਾ ਜ਼ੋਰ ਲਾ ਕੇ ਕਹਿ ਰਿਹਾ ਹੈ ਵੀ ਸਾਡਾ ਅਸੀਂ ਖੰਡਨ ਕਰਦੇ ਹਾਂ। ਅਸੀਂ ਮੰਨ ਲਿਆ ਵੀ ਤੁਸੀਂ ਖੰਡਨ ਕਰਦੇ ਹੋ। ਕੀ ਤੁਸੀਂ ਆਪਣੇ ਪ੍ਰਧਾਨ ਜੀ ਜਿਹੜੇ ਹੈਗੇ ਨੇ ਪੰਜਾਬ ਪ੍ਰਦੇਸ਼ ਅਸ਼ਵਨੀ ਜੀ, ਉਹਨਾਂ ਨੂੰ ਕਹੋਗੇ ਕਿ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਦੇ ਵਿੱਚ ਜ਼ੋਰਦਾਰ ਤਰੀਕੇ ਨਾਲ ਖੰਡਨ ਕਰਨ ਔਰ ਪ੍ਰਧਾਨ ਮੰਤਰੀ ਨੂੰ ਜਾ ਕੇ ਮਿਲਣ ਔਰ ਹੋਮ ਮਿਨਿਸਟਰ ਨੂੰ ਜਾ ਕੇ ਮਿਲਣ ਕਿ ਇਸ ਬਾਰੇ ਅਸੀਂ ਸਹਿਮਤ ਨਹੀਂ ਹੈਗੇ? ਕੀ ਇਹ ਕਰੋਗੇ ਤੁਸੀਂ? ਦੇਖੋ ਐਸਾ ਹੈਗਾ ਵੈ ਕਿ ਜਿਹੜਾ ਪੰਜਾਬ ਚਲਾਉਣ ਦੀ ਜ਼ਿੰਮੇਵਾਰੀ ਨਾ ਉਹ ਆਮ ਆਦਮੀ ਪਾਰਟੀ ਦੀ ਹੈ ਔਰ ਕੱਲ ਨੂੰ ਕੋਈ ਰਿਪਰੈਜ਼ੈਂਟ ਨਹੀਂ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਰਕਾਰ ਬਣਾਉਣਾ ਚਾਹੁੰਦੀ ਹੈ ਤੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ। ਮੇਰੀ ਗੱਲ ਪੂਰੀ ਕਰ ਲੈ ਤੇ ਆਪਣੇ ਵਰਡ ਮੇਰੇ ਮੂੰਹ 'ਚ ਨਾ ਪਾਓ, ਮੈਨੂੰ ਗੱਲ ਆਪਣੀ ਪੂਰੀ ਕਰ ਲੈਂਦੇ ਹੋ। ਜ਼ਿੰਮੇਵਾਰੀ ਇਹ ਹੈ ਉਸ ਪਾਰਟੀ ਦੀ ਜਿਹੜੀ ਪ੍ਰਦੇਸ਼ ਦੇ ਵਿੱਚ ਸਰਕਾਰ ਚਲਾ ਰਹੀ ਹੈ। ਜੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਸਾਨੂੰ ਇਨਵਾਈਟ ਕਰਦੀ ਹੈ ਤੇ ਆਪਾਂ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਇਸ ਮੁੱਦੇ ਤੇ ਖੜਾਂਗੇ ਔਰ ਤੇ ਕੇਂਦਰ ਦੇ ਵਿੱਚ ਨਾਲ ਸਾਨੂੰ ਲੈ ਕੇ ਜਾ ਕੇ ਰਿਪਰੈਜ਼ੈਂਟੇਸ਼ਨ ਦੇਣੀ ਪਈ ਤੇ ਆਪਾਂ ਸੈਂਟਰ ਗਵਰਨਮੈਂਟ ਨੂੰ ਵੀ ਇਹਦੇ ਵਿੱਚ ਰਿਪਰੈਜ਼ੈਂਟੇਸ਼ਨ ਦਵਾਂਗੇ। ਸੰਜੇ ਕਪੂਰ ਜੀ ਤੁਹਾਡਾ ਕਹਿਣਾ ਇਹ ਹੈ ਕਿ ਤੁਸੀਂ ਇੱਕ ਚੌਂਕੀਦਾਰ ਰੱਖਿਆ ਆਪਣੇ ਘਰ ਵਾਸਤੇ ਤੇ ਚੋਰੀ ਹੋ ਰਹੀ ਹੈ ਤੇ ਚੌਂਕੀਦਾਰ ਤੁਹਾਨੂੰ ਆਵਾਜ਼ ਮਾਰੂਗਾ ਤਾਂ ਤੁਸੀਂ ਉੱਠੋਗੇ? ਤੇ ਚੌਂਕੀਦਾਰ ਹੈ ਹੀ ਨਹੀਂ, ਚੌਂਕੀਦਾਰ ਤੇ ਵੇਸਲਾ ਹੋ ਗਿਆ ਤੇ ਜੇ ਚੌਂਕੀਦਾਰ ਆਵਾਜ਼ ਮਾਰੂ ਤਾਂ ਉੱਠੋਗੇ ਤੁਸੀਂ ਆਪਣੇ ਘਰ ਦੀ ਰਾਖੀ ਨਹੀਂ ਕਰੋਗੇ? ਤੁਸੀਂ ਮੈਨੂੰ ਇੱਕ ਗੱਲ ਦੱਸੋ ਨੇ ਰਾਖੀ ਕਰਤਾ ਹੀ ਤੇ ਕਰਨੇ ਪਏ। ਚਲੋ ਸੰਜੇ ਕਪੂਰ, ਆਪਾਂ ਤੁਹਾਡਾ ਵਿਊ ਪੁਆਇੰਟ ਆ ਗਿਆ। ਜਿਹੜੇ ਅਸਲ ਰਾਖੀ ਕਰ ਰਹੇ ਪੰਜਾਬ ਦੀ ਆਮ ਆਦਮੀ ਪਾਰਟੀ, ਉਹਨਾਂ ਦੀ ਸਰਕਾਰ ਆ, ਉਹਨਾਂ ਤੋਂ ਜਵਾਬ ਲੈ ਲੈਂਦੇ ਆ। ਸੰਧੂ ਸਾਹਿਬ, ਜਿਸ ਮਾਮਲੇ ਤੇ ਗੱਲ ਕੀਤੀ ਜਾ ਰਹੀ ਹੈ, ਕਾਂਗਰਸ ਦਾ ਵੀ ਕਹਿਣਾ, ਅਕਾਲੀ ਦਲ ਦਾ, ਔਰ ਖਾਸ ਤੌਰ ਤੇ ਭਾਜਪਾ ਦੇ ਨੁਮਾਇੰਦੇ ਕਹਿ ਰਹੇ ਕਿ ਜਦੋਂ ਵੀ ਸਾਨੂੰ ਆਵਾਜ਼ ਮਾਰੋਗੇ ਪੰਜਾਬ ਦੀ ਖਾਤਰ ਕੇਂਦਰ ਕੋਲੇ, ਗਵਰਨਰ ਕੋਲੇ, ਜਿੱਥੇ ਕਹੋਗੇ ਅਸੀਂ ਜਾਣ ਦੇ ਲਈ ਤਿਆਰ ਹਾਂ। ਤੇ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਹੈਗੀ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਛੇੜਖਾਨੀਆਂ ਕਰਕੇ ਪੰਜਾਬ ਦੇ ਮਾਹੌਲ ਨੂੰ ਵਿਗਾੜਨਾ ਚਾਹੁੰਦੀ ਹੈ। ਸੰਧੂ ਸਾਹਿਬ, ਸਿੱਧੂ ਸਾਹਿਬ, ਗੱਲ ਇਹ ਆ, ਪਹਿਲੀ ਤਾਂ ਗੱਲ ਇਹ ਆ ਕਿ ਸਾਰੀਆਂ ਰਵਾਇਤੀ ਪਾਰਟੀਆਂ ਸਾਰੇ ਗੁਨਾਹ ਕਰਕੇ ਦੁੱਧ ਧੋਤੀਆਂ ਬਣਨ ਦਾ ਯਤਨ ਕਰ ਰਹੀਆਂ ਨੇ ਜੀ। ਔਰ ਕੇਂਦਰ ਵਿੱਚ ਸਰਕਾਰਾਂ ਜਿਹੜੀਆਂ ਨੇ ਉਹ ਕਾਂਗਰਸ ਦੀਆਂ ਵੀ ਰਹੀਆਂ ਨੇ ਔਰ ਸਟੇਟਾਂ ਦੇ ਵਿੱਚ ਵੀ ਰਹੀਆਂ। ਇਹਨਾਂ ਨੇ ਕਦੇ ਕੋਈ ਮਸਲੇ ਦਾ ਹੱਲ ਨਹੀਂ ਖੜਾ ਕਰਨ ਦੀ ਕੋਸ਼ਿਸ਼ ਕੀਤੀ, ਬਲਕਿ ਬਖੇੜਾ ਹੀ ਹਮੇਸ਼ਾ ਖੜਾ ਕਰਨ ਦੀ ਕੋਸ਼ਿਸ਼ ਕੀਤੀ। ਉਦੋਂ ਵੀ ਪੰਜਾਬ ਦੇ ਇਹਨਾਂ ਨੇ ਇਹ ਜਿਹੜੇ ਮਾਹੌਲ ਖਰਾਬ ਹੋਏ ਇਹੀ ਲੋਕ ਜ਼ਿੰਮੇਵਾਰ ਸਨ। ਔਰ ਇਸੇ ਤਰੀਕੇ ਨਾਲ ਜਿਹੜਾ ਅੱਜ ਦੀ ਜਿਹੜੀ ਬੀਜੇਪੀ ਹੈ, ਬੀਜੇਪੀ ਲਗਾਤਾਰ ਜਿਹੜੀ ਹੈਗੀ ਹੈ, ਭਾਵੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਗੱਲ ਸੀ, ਭਾਵੇਂ ਖੇਤੀ ਕਾਨੂੰਨਾਂ ਦੀ ਗੱਲ ਸੀ, ਭਾਵੇਂ ਪੰਜਾਬ ਯੂਨੀਵਰਸਿਟੀ ਦੀ ਗੱਲ ਸੀ, ਭਾਵੇਂ ਪਾਣੀਆਂ ਦੀ ਗੱਲ ਹੈ, ਕਿਸੇ ਵੀ ਮਸਲੇ ਤੇ ਪੰਜਾਬ ਨਾਲ ਖੜਨ ਦੀ ਇਹ ਕੋਈ ਗੱਲ ਨਹੀਂ ਕਰ ਰਹੀ। ਇੱਥੋਂ ਤੱਕ ਕਿ ਇਹਨਾਂ ਦੀ ਜਿਹੜਾ ਪੰਜਾਬ ਯੂਨਿਟ ਹੈ ਉਹ ਵੀ
ਇਹਦੇ ਹੱਕ ਦੇ ਵਿੱਚ, ਹਾਲਾਂਕਿ ਹੋਣਾ ਤਾਂ ਉਹਦੇ ਆਖਿਆ ਕੁਝ ਵੀ ਨਹੀਂ ਹੋਣਾ। ਸੰਧੂ ਸਾਹਿਬ ਇਹ ਕਹਿ ਰਹੇ ਹੈ, ਸੰਧੂ ਸਾਹਿਬ, sorry ਸੰਧੂ ਸਾਹਿਬ, ਉੱਥੇ ਵੀ ਉਹਨਾਂ ਇਹਨਾਂ ਦਾ ਸੰਧੂ ਸਾਹਿਬ ਮੇਰਾ ਇੱਕ ਸਵਾਲ ਸੁਣ ਲਿਓ, ਮੇਰਾ ਸਵਾਲ ਸੁਣ ਲਿਓ ਸੰਧੂ ਸਾਹਿਬ, ਇਕੱਠੇ ਜਵਾਬ ਦੇ ਦਿਓ। ਵਿਰੋਧੀ ਧਿਰਾਂ ਇਹ ਕਹਿ ਰਹੀਆਂ ਕਿ ਹੁਣ ਆਪਾਂ 92 ਸੀਟਾਂ ਲੈ ਕੇ ਆ ਗਏ ਆ, ਤਾਂ ਹੁਣ ਕਹਿੰਦੇ ਆਪਾਂ ਪਿਛਲੀਆਂ ਨੂੰ ਨਿੰਦੀ ਨਾ ਜਾਏਗੀ, ਆਪਣੀ ਜ਼ਿੰਮੇਵਾਰੀ ਵੀ ਬਣਦੀ ਹੈ। ਜੇ ਆਪਣੇ ਹੁੰਦਿਆਂ ਪੰਜਾਬ ਦੇ ਹੱਥੋਂ, ਚੰਡੀਗੜ੍ਹ ਦੇ ਹੱਥੋਂ ਕੋਈ ਜਾਏਗਾ ਤਾਂ ਭਗਵੰਤ ਮਾਨ ਸਰਕਾਰ ਵੀ ਜ਼ਿੰਮੇਵਾਰ ਹੈ, ਇਹ ਕਹਿ ਰਹੇ ਹੈ। ਸਿੱਧੂ ਸਾਹਿਬ, ਜਦੋਂ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਈ ਸੀ ਤਾਂ ਅਸੀਂ ਡਟ ਕੇ ਵਿਧਾਨ ਸਭਾ ਦੇ ਵਿੱਚ ਵੀ ਤੇ ਬਾਹਰ ਵੀ ਡਟ ਕੇ ਵਿਰੋਧ ਕੀਤਾ ਸੀ ਸਰਕਾਰ ਨੇ। ਔਰ ਜੇ ਪਾਣੀਆਂ ਦੀ ਗੱਲ ਹੋਈ, ਠੀਕ ਹੈ ਵੀ ਉੱਥੇ ਪਾਣੀਆਂ ਦੇ ਮਸਲਾ SYL, ਇਹ ਸਾਰਾ ਕੁਝ ਇਹਨਾਂ ਦੀਆਂ ਸਰਕਾਰਾਂ 'ਚ ਹੋਇਆ ਔਰ ਇਹਨਾਂ ਦੀ ਵਧੀਆ ਪੈਰਵਾਈ, ਚੰਗੀ ਪੈਰਵਾਈ ਨਾ ਕਰਨ ਕਰਕੇ ਅਸੀਂ ਸੁਪਰੀਮ ਕੋਰਟ 'ਚ ਕੇਸ ਹਾਰੇ। ਪਰ ਫਿਰ ਵੀ ਜਿਹੜਾ ਉੱਥੇ ਆਮ ਆਦਮੀ ਪਾਰਟੀ ਦਾ, ਪੰਜਾਬ ਦੀ ਸਰਕਾਰ ਦਾ, ਸਰਦਾਰ ਭਗਵੰਤ ਸਿੰਘ ਮਾਨ ਦਾ ਉੱਥੇ ਸਟੈਂਡ ਸਪਸ਼ਟ ਸੀ ਔਰ ਉਹਨਾਂ ਨੇ ਜਿੰਨੇ ਜ਼ੋਰਦਾਰ ਤਰੀਕੇ ਨਾਲ ਉੱਥੇ ਪੱਖ ਰੱਖਿਆ, ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਉੱਥੋਂ ਜਿਹੜਾ ਪਾਣੀ ਨੇ, ਪਾਣੀਆਂ ਦਾ ਜਿਹੜਾ ਉੱਥੇ ਹੈਗੀ ਹੈ ਸੰਧੂ ਠੀਕ ਹੈ ਸੰਧੂ, ਮੈਂ ਬਾਕੀ ਮਹਿਮਾਨਾਂ ਤੋਂ ਸਵਾਲ ਲੈਣੇ ਆ। ਜਿਹੜੀ ਪਾਣੀ ਪ੍ਰਬੰਧ ਜਿਹੜਾ ਵੱਖਰਾ ਉਹ ਕੀਤਾ ਜਾ ਸਕਦਾ ਹੈ ਸੰਧੂ ਸਾਹਿਬ, ਉਹ ਸਪਸ਼ਟ ਤੌਰ ਤੇ ਉਹਦਾ ਹੱਲ ਜਿਹੜਾ ਉਹ ਦੱਸਿਆ ਸੀ ਜੀ, ਜਿਵੇਂ ਸ਼ਾਰਦਾ ਲਿੰਕ, ਯਮੁਨਾ ਜਿਹੜੇ ਉਹ ਲਿੰਕ ਹੈ ਉਹਦੇ ਰਾਹੀਂ ਦੱਸਿਆ ਸੀ ਕਿ ਹੱਲ ਜਿਹੜਾ ਕੱਢਿਆ ਜਾ ਸਕਦਾ, ਹਰਿਆਣਾ ਨੂੰ ਵੀ ਦਿੱਤਾ ਜਾ ਸਕਦਾ ਤੇ ਪੰਜਾਬ ਕੋਲ ਜਿਹੜਾ ਪਾਣੀ ਦੇਣ ਨੂੰ ਇੱਕ ਤੁਪਕਾ ਵੀ ਵਾਧੂ ਹੈ। ਸੰਧੂ ਸਾਹਿਬ ਬਿਲਕੁਲ ਤੁਹਾਡਾ ਵਿਊ ਪੁਆਇੰਟ ਹੈ, ਸੰਧੂ ਸਾਹਿਬ ਤੁਹਾਡਾ ਵਿਊ ਪੁਆਇੰਟ ਹੈ, ਪਰ ਵਿਰੋਧੀ ਧਿਰਾਂ ਲਗਾਤਾਰ ਇਹ ਗੱਲ ਕਹਿ ਰਹੀਆਂ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਤੇ ਹਿਮਾਚਲ ਜਾਂ ਗੁਜਰਾਤ ਦੇ ਦੌਰਿਆਂ ਤੇ ਰਹਿੰਦੇ ਹੈ, ਉਹ ਕਹਿੰਦੇ ਸ਼ਾਇਦ ਇਸ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਕਿ ਪੰਜਾਬ ਵੱਲ ਧਿਆਨ ਨਹੀਂ ਜਾ ਰਿਹਾ ਮੁੱਖ ਮੰਤਰੀ ਦਾ। ਇਹ ਵਿਰੋਧੀ ਧਿਰਾਂ ਦੇ ਬਿਲਕੁਲ ਨਹੀਂ, ਦੌਰਿਆਂ ਤੇ ਰਹਿੰਦੇ ਨੇ ਸਿੱਧੂ ਸਾਹਿਬ। ਐਸੀ ਕੋਈ ਗੱਲ ਨਹੀਂ, 2 ਘੰਟੇ ਲੱਗਦੇ ਨੇ ਗੁਜਰਾਤ ਤੋਂ ਚੰਡੀਗੜ੍ਹ ਆਉਣ ਲੱਗਿਆ ਔਰ ਚੰਡੀਗੜ੍ਹ ਤੋਂ ਗੁਜਰਾਤ ਆਉਣ ਲੱਗਿਆ। ਕੋਈ ਆਉਂਦੇ ਵੀ ਰਹਿੰਦੇ ਨੇ, ਜਾਂਦੇ ਵੀ ਰਹਿੰਦੇ ਨੇ। ਪ੍ਰਚਾਰ ਲਈ ਸਾਰੀਆਂ ਪਾਰਟੀਆਂ ਜਾਂਦੀਆਂ ਨੇ। ਜੀ ਜੀ ਬਿਲਕੁਲ, ਪ੍ਰਚਾਰ ਵਾਸਤੇ ਸਾਰੀਆਂ ਪਾਰਟੀਆਂ ਜਾਂਦੀਆਂ ਨੇ। ਤੁਹਾਡੀ ਗੱਲ ਆ ਗਈ, ਮਸਲਾ ਨਹੀਂ ਹੈਗਾ, ਤੁਹਾਡੀ ਗੱਲ ਆ ਗਈ ਤੁਹਾਡੀ ਗੱਲ। ਪਾਰਟੀਆਂ ਪ੍ਰਚਾਰ ਤੇ ਜਾਂਦੀਆਂ ਨੇ, ਇਹ ਕੋਈ ਮੁੱਦਾ ਨਹੀਂ ਹੈਗਾ। ਮੁੱਦਾ ਹੈਗਾ ਹੁਣ ਆ ਜਿਹੜੇ ਹੁਣੀ ਗੁਜਰਾਤ ਦੇ ਪ੍ਰਚਾਰ ਚੱਲਦੇ ਹੀ ਇੱਥੇ ਜਿਹੜੇ ਨੇ ਫੈਸਲੇ ਕੀਤੇ ਗਏ ਨੇ ਨਾ, ਗੁਜਰਾਤ ਦੇ ਪੰਜਾਬੀਆਂ ਦੇ ਪੈਸੇ ਮੁਲਾਜ਼ਮਾਂ ਦਾ ਜਿਹੜਾ ਹੈਗਾ ਨੋਟੀਫਿਕੇਸ਼ਨ ਕੀਤਾ ਗਿਆ ਨਾ ਉੱਥੇ ਪੈਨਸ਼ਨ ਦਾ, ਬਾਕੀ ਪੂਰੇ ਭਾਰਤ ਵਿੱਚ ਨਾ ਕਿਤੇ ਪੈਨਸ਼ਨ ਜਿਹੜੀ ਹੈ ਉਹ ਆਪਾਂ ਜਵਾਬ ਲੈ ਲਈਏ, ਪੈਨਸ਼ਨ ਦੇ ਮੁੱਦੇ ਤੇ ਫਿਰ ਗੱਲ ਕਰਾਂਗੇ। ਸਾਰੇ ਕੰਮ ਹੀ ਕੀਤੇ ਸੰਧੂ ਸਾਹਿਬ ਆ ਗਈ ਗੱਲ, ਕਿਸਾਨਾਂ ਦੇ ਮਸਲਿਆਂ ਤੇ ਵੀ ਉੱਥੇ ਬੈਠੇ ਆ। ਸੰਧੂ ਸਾਹਿਬ ਆ ਗਈ ਗੱਲ, ਤੁਹਾਡੀ ਗੱਲ ਆ ਗਈ। ਅਮਿਤ ਬਾਬਾ ਜੀ ਤੁਸੀਂ ਜਵਾਬ ਜ਼ਰੂਰ ਦਿਓ, ਪਰ ਸੰਧੂ ਸਾਹਿਬ ਕਹਿੰਦੇ ਵੀ ਅਸੀਂ ਇਕੱਲੇ, ਸਾਡਾ ਮੁੱਖ ਮੰਤਰੀ ਹਵਾਈ ਜਹਾਜ਼ਾਂ ਦੇ ਝੂਟੇ ਨਹੀਂ ਲੈਂਦੇ, ਤੁਹਾਡੀਆਂ ਸਰਕਾਰਾਂ ਵੇਲੇ ਵੀ ਬਹੁਤ ਝੂਟੇ ਲੈਂਦੇ ਰਹੇ ਆ ਮੁੱਖ ਮੰਤਰੀ ਤੇ ਮੰਤਰੀ। ਸਿੱਧੂ ਸਾਹਿਬ ਬੜੀ ਫੈਕਟ ਦੀ ਗੱਲ ਹੈ, ਆંકੜਿਆਂ ਦੀ ਗੱਲ ਹੈ। ਕਿਸੇ ਦੇ ਕਹਿਣ ਤੋਂ, ਮੇਰੇ ਕਹਿਣ ਤੋਂ ਨਹੀਂ ਸੱਚ ਹੋਣ ਲੱਗੀ, ਇਹਨਾਂ ਦੇ ਕਹਿਣ ਤੋਂ ਨਹੀਂ ਹੋਣ ਲੱਗੀ। ਅੱਜ ਤੱਕ ਕੋਈ ਵੀ ਪਾਰਟੀ ਦਾ ਇਤਿਹਾਸ ਚੱਕ ਲਓ ਪੰਜਾਬ ਦੀ ਸਰਕਾਰ ਦੇ ਵਿੱਚ, ਕਿਸੇ ਵੀ ਪਾਰਟੀ ਨੇ ਪੰਜਾਬ ਸਰਕਾਰ ਦੇ ਪੈਸੇ ਨਾਲ ਕਿਸੇ ਦੂਜੀ ਸਟੇਟ ਨੂੰ ਐਡਵਰਟਾਈਜ਼ਮੈਂਟ ਨਹੀਂ ਦਿੱਤੀ। ਇਹ ਪਹਿਲੀ ਵਾਰ ਪੰਜਾਬ ਦੇ ਇਤਿਹਾਸ 'ਚ ਹੋਇਆ ਹੈ ਕਿ ਪੰਜਾਬੀਆਂ ਦੇ ਪੈਸੇ ਨਾਲ ਗੁਜਰਾਤੀ ਟੀਵੀ ਚੈਨਲਾਂ ਤੇ ਐਡ ਚੱਲ ਰਹੀ ਹੈ ਗੁਜਰਾਤੀ ਦੇ ਵਿੱਚ। ਦੱਸੋ ਚਲੋ ਆਪਾਂ ਥੋੜਾ ਮਾਮਲਾ ਹੋਰ ਪਾਸੇ ਚਲਾ ਜਾਏਗਾ, ਗੁਜਰਾਤ ਵੱਲ, ਜਾਂ ਆਪਾਂ ਮੁੱਦੇ ਤੇ ਗੱਲ ਰਹੀ ਪੰਜਾਬ ਦੇ ਹਿੱਤ ਦੇ ਵਿੱਚ ਜੇ ਫੈਸਲੇ ਲਏ ਜਾਂਦੇ ਨੇ, ਓਕੇ ਉੱਥੇ ਜਿਹੜੇ ਫੈਸਲੇ ਕਰਨੀ ਪੰਜਾਬ ਦਾ ਬਿਲਕੁਲ ਰਾਈਟ ਹੈ। ਕਿਉਂ ਨਹੀਂ ਪੰਜਾਬੀਆਂ ਦੇ 7 ਮਹੀਨਿਆਂ ਵਿੱਚ ਜਿੰਨਾ ਕੰਮ ਕਰਕੇ ਦਿਖਾ ਦਿੱਤਾ ਅਮਿਤ ਜੀ, ਇਲੈਕਸ਼ਨ ਕੈਂਪੇਨ ਚਲਾਓ। ਤੁਸੀਂ ਤਾਂ ਫਿਰ ਡੱਕਾ ਤੋੜ ਕੇ ਦੋਰਾ ਨਹੀਂ ਕੀਤਾ। ਤੁਹਾਡੀ ਸਰਕਾਰ ਦਾ 492 ਕਰੋੜ ਰੁਪਈਆ, ਜਿਹੜਾ 492 ਕਰੋੜ ਰੁਪਈਆ ਗੰਨਾ ਉਤਪਾਦਕਾਂ ਦਾ ਜਾਰੀ ਕੀਤਾ, ਤੁਹਾਡੀ ਗਵਰਨਮੈਂਟ ਦਾ ਜਿਹੜਾ ਬਾਕੀ ਸੀ, ਔਰ ਤੁਹਾਡੀ ਗਵਰਨਮੈਂਟ ਦੇ ਜਿਹੜੇ ਪੈਂਡਿੰਗ, ਤੁਸੀਂ ਤਾਂ ਸ਼ਹੀਦ ਕਿਸਾਨਾਂ ਦੇ ਨਾਲ ਤੁਸੀਂ ਸਿੰਪਲ ਜਿਹਾ ਪੂਰਾ ਨਹੀਂ ਕਰ ਸਕੇ। ਨੌਕਰੀਆਂ ਦਾ 5-5 ਲੱਖ ਨੂੰ ਦੇਣ ਦਾ ਉਹ ਵਾਅਦਾ ਪੂਰਾ ਨਹੀਂ ਕਰ ਸਕੇ। ਤੁਸੀਂ ਕਿਹੜਾ ਕਰਤਾ ਸੰਧੂ ਸਾਹਿਬ? ਅਸੀਂ ਕੀਤਾ ਆਪਣੀ ਪਾਰਟੀ ਦੀ 326 ਕਰ ਰਹੇ ਹੋ। ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ। ਮੈਂ ਕਹਿੰਦਾ ਲਿਸਟ ਜਾਰੀ ਕਰਾਉਣਾ ਆਪਾਂ ਕਿਸਾਨਾਂ ਦੇ ਮੁੱਦੇ ਤੇ ਤੁਸੀਂ ਮੇਰੀ ਝੂਠ ਨਾ ਬੋਲੀ ਜਾਓ ਬਹਿ ਕੇ ਇੱਥੇ। ਸੰਧੂ ਸਾਹਿਬ ਆਪਾਂ ਕਿਸਾਨਾਂ ਦੇ ਮੁੱਦਿਆਂ ਤੇ ਫਿਰ ਕਿਤੇ ਵੱਖਰੀ ਡਿਬੇਟ ਕਰ ਲਾਂਗੇ। ਆਪਾਂ ਚੰਡੀਗੜ੍ਹ ਦੇ ਮੁੱਦੇ ਤੇ ਗੱਲ ਕਰਾਂਗੇ। ਕੋਈ 26 ਪਰਿਵਾਰ ਦੱਸ ਦਿਓ। ਪੁੱਲਰ ਸਾਹਿਬ ਆਪਾਂ ਇਸ ਮੁੱਦੇ ਤੇ ਨਾ ਲੈ ਕੇ ਅਸੀਂ ਕੋਈ ਪੈਂਡਿੰਗ ਨਹੀਂ ਰਹਿਣ ਦਿੱਤਾ। ਤੁਸੀਂ ਕਸਟੋਡੀਅਨ ਹੋ
ਤੁਸੀਂ ਮਨੀਮ ਹੋ, ਪੰਜਾਬੀਆਂ ਦੇ ਮੈਨੇਜਰ ਹੋ, ਪੰਜਾਬੀਆਂ ਨੇ ਤੁਹਾਨੂੰ ਮੁਨੀਮ ਮਨੀਮ ਤੁਸੀਂ ਵੀ ਮੁਨੀਮ ਸੀ। ਤੁਸੀਂ ਪਹਿਰੇਦਾਰੀ ਕੀਤੀ? ਤੁਸੀਂ ਤਾਂ ਪੰਜਾਬ ਦਾ ਵਿਰੋਧੀ ਰੋਲ ਹਮੇਸ਼ਾ ਪਲੇ ਕਰਦੇ ਰਹੇ। ਪੰਜਾਬ ਵਿੱਚ ਮਾੜੇ ਹਾਲਾਤ ਬਣਾਉਣ ਵਾਸਤੇ ਪੰਜਾਬ ਦੇ ਉੱਤੇ ਜਿਹੜਾ ਕਰਜ਼ਾ ਜਿੰਨਾ ਚੜਿਆ ਹੈ, ਤੁਹਾਨੂੰ ਯਾਦ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਖਰਾਬ ਕਰਨ ਦੇ ਤੁਸੀਂ ਜ਼ਿੰਮੇਵਾਰ ਸੀ। ਕਰਦੇ ਸੀਗੇ ਜਿਹੜਾ ਗੈਂਗਵਾਰ ਦੇ ਵਿੱਚੋਂ ਗੁਜ਼ਰ ਰਿਹਾ ਪੰਜਾਬ ਹੋਰ ਪਾਸੇ ਨੂੰ ਤੁਰ ਪਏ ਸੰਧੂ ਸਾਹਿਬ। ਸਾਰੀ ਦੀ ਬਾਬਾ ਜੀ ਸੰਧੂ ਸਾਹਿਬ ਆਪਾਂ ਚੰਡੀਗੜ੍ਹ ਛੱਡ ਕੇ ਚੰਡੀਗੜ੍ਹ ਛੱਡ ਕੇ ਆਪਾਂ ਗੁਜਰਾਤ ਦੇ ਦੂਜੇ ਮੁੱਦਿਆਂ ਤੇ ਕਿਤੇ ਗੁਜਰਾਤ ਨਾ ਮੁੱਦੇ ਤੇ ਬਾਹਰ ਤੁਰਦੇ ਸੰਧੂ ਸਾਹਿਬ ਮੁੱਦੇ ਤੇ ਆਪਣੇ ਕੋਲ ਸਮਾਂ ਵੀ ਨਹੀਂ ਹੈ ਸਮੇਂ ਦੇ ਲਿਹਾਜ਼ ਨਾਲ ਮੈਂ ਪੁਲਿਸ ਸਾਹਿਬ ਤੁਹਾਡੇ ਤੋਂ ਕਮੈਂਟ ਚਾਹੂੰਗਾ। ਪਰ ਚੰਡੀਗੜ੍ਹ ਦੇ ਮੁੱਦੇ ਤੇ ਮੈਂ ਸਵਾਲ ਲੈਣਾ ਚਾਹੂੰਗਾ। ਸੰਧੂ ਸਾਹਿਬ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੀ ਵੱਡੀ ਭੂਮਿਕਾ ਰਹੀ ਹੈ ਕਿ ਉਹ ਪੰਜਾਬ ਦੇ ਹਿੱਤਾਂ ਲਈ ਲੜਾਈ ਨਹੀਂ ਲੜੀ, ਜਿਸ ਕਰਕੇ ਚੰਡੀਗੜ੍ਹ ਦੇ ਮਾਮਲੇ 'ਚ ਇਦਾਂ ਦੇ ਸਵਾਲ ਉੱਠ ਰਹੇ ਹੈ। ਰਵਾਇਤੀ ਧਿਰਾਂ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੇ। ਗੱਲ ਇਹ ਹੈ ਸੰਧੂ ਸਾਹਿਬ ਤੇ ਕਹਿੰਦੇ ਅੱਜ ਤੱਕ ਕਿਸੇ ਨੇ ਕੁਰਬਾਨੀਆਂ ਨਹੀਂ ਕੀਤੀਆਂ। ਕਿਸੇ ਨੇ ਚੰਡੀਗੜ੍ਹ ਵਾਸਤੇ ਜਾਂ ਪੰਜਾਬ ਦੀ ਲੜਾਈ ਵਾਸਤੇ, ਪੰਜਾਬੀ ਬੋਲਦੇ ਇਲਾਕਿਆਂ ਵਾਸਤੇ, ਪਾਣੀਆਂ ਵਾਸਤੇ ਕੋਈ ਕੁਰਬਾਨੀਆਂ ਨਹੀਂ ਕੀਤੀਆਂ। ਸੰਧੂ ਸਾਹਿਬ ਤੁਸੀਂ ਟੀਵੀ ਦੇ ਉੱਤੇ ਵੇਖ ਰਹੇ ਹੋਗੇ, ਆ ਮੇਰੇ ਨਾਲ ਬੈਠੇ ਨੇ ਸਰਦਾਰ ਅਮਰਿੰਦਰ ਸਿੰਘ ਹੁਣੀ, ਇਹਨਾਂ ਦੀ ਕੁਰਬਾਨੀ ਛੋਟੀ ਜੀ ਆ ਕੋਈ? ਇਹਨਾਂ ਨੇ ਕੁਰਬਾਨੀ ਦਿੱਤੀ, ਇਹਨਾਂ ਨੇ ਜੇਲ੍ਹਾਂ ਕੱਟੀਆਂ ਨੇ। ਆ ਮੈਂ ਤੁਹਾਡੇ ਸਾਹਮਣੇ ਬੈਠਾ, ਅਸੀਂ ਘਰੋਂ ਭੱਜੇ ਰਹੇ ਹਾਂ, ਅਸੀਂ ਉਹਦਾ ਸਾਨੂੰ ਪਤਾ ਕੀ ਹਾਲਾਤ ਸੀਗੇ, ਅਸੀਂ ਉਸ ਮੂਵਮੈਂਟ 'ਚੋਂ ਨਿਕਲੇ ਹੋਏ ਲੋਕ ਹਾਂ। ਤੁਸੀਂ ਕਹਿੰਦੇ ਕੁਰਬਾਨੀਆਂ ਨਹੀਂ ਦਿੱਤੀਆਂ? ਜਿਨ੍ਹਾਂ ਦੇ ਘਰ ਉੱਜੜ ਗਏ, ਜਿਨ੍ਹਾਂ ਦੇ ਪਰਿਵਾਰ ਖਤਮ ਹੋ ਗਏ, ਜਿਨ੍ਹਾਂ ਦੀ ਜਵਾਨੀ ਖਤਮ ਹੋ ਗਈ, ਪਿੰਡਾਂ ਦੇ ਵਿੱਚੋਂ ਦੀ ਨੌਜਵਾਨ ਖਤਮ ਹੋ ਗਏ, ਉਹਨਾਂ ਨੂੰ ਪਤਾ ਉਹਨੇ ਕੁਰਬਾਨੀਆਂ ਦਿੱਤੀਆਂ ਨਹੀਂ ਦਿੱਤੀਆਂ। ਤੁਹਾਡੇ ਵਰਗੂ ਨਹੀਂ ਕਿ ਆਏ 4 ਦਿਨ ਦੇ ਇਕੱਠੇ ਹੋ ਕੇ ਲੋਕਾਂ ਨੇ ਅਮੈਂਡਡ ਦੇਤਾ, ਚਲੋ ਜਿਸ ਤਰ੍ਹਾਂ ਮਰਜ਼ੀ ਦੇਤਾ ਤੁਹਾਡੇ ਝੂਠ ਦੇ ਉੱਤੇ। ਸੰਧੂ ਸਾਹਿਬ ਦੇ ਕੁਰਬਾਨੀਆਂ ਨਹੀਂ ਕੀਤੀਆਂ। ਅੱਜ 70 ਸਾਲਾਂ ਤੋਂ ਹਿੰਦੂ ਪੰਜਾਬ ਦੇ ਵਿੱਚ ਪੰਜਾਬੀ ਜਿਹੜਾ ਆਪਣੇ ਹੱਕਾਂ ਵਾਸਤੇ ਲੜਦਾ ਆ ਰਿਹਾ, ਔਰ ਤੁਹਾਡਾ ਮੁੱਖ ਮੰਤਰੀ ਹੱਕ ਛੱਡ ਕੇ ਉਹ ਜਾ ਕੇ ਇੱਕ ਲਾਲੇ ਦੀ ਗੱਡੀ ਪਿੱਛੇ ਲਮਕੇ ਫਿਰਦਾ। ਪੁਲਿਸ ਸਾਹਿਬ ਕਹਿ ਲਈ ਗੱਲ, ਬਹੁਤ ਵਾਰੀ ਕਹਿ ਲਈ ਗੱਲ। ਉਹਦੇ ਇਸ਼ਾਰਿਆਂ ਦੇ ਉੱਤੇ ਕਦੀ ਉਹਦੇ ਨੱਚਦਾ ਫਿਰ ਚਾਰ ਬਣਾ ਆ ਗਈ ਗੱਲ। ਪੁਲਿਸ ਸਾਹਿਬ ਤੁਹਾਡੀ ਗੱਲ ਆ ਗਈ। ਤੁਸੀਂ ਪੰਜਾਬ ਦੀ ਗੱਲ ਕਰੋ, ਪੰਜਾਬ ਦੇ ਹੱਕਾਂ ਦੀ ਗੱਲ ਕਰੋ, ਆਪਣੇ ਮੁੱਖ ਮੰਤਰੀ ਇੱਥੇ ਲੈ ਕੇ ਆਓ। ਐਵੇਂ ਨੇ ਤੁਰੇ ਫਿਰ ਵੀ ਕੁਰਬਾਨੀਆਂ ਨਹੀਂ ਦਿੱਤੀਆਂ, ਕੁਰਬਾਨੀਆਂ ਸਭ ਨੇ ਬਹੁਤ ਦਿੱਤੀਆਂ ਨੇ। ਆਪਾਂ ਜਵਾਬ ਲੈ ਲਈਏ, ਐਵੇਂ ਨੇ ਵਿਚਾਰਾਂ ਨੂੰ ਬਣਾਤਾ ਵੀ ਜਵਾਬ ਲੈ ਲਈਏ। ਸੰਧੂ ਸਾਹਿਬ ਸੰਖੇਪ ਦੇ ਵਿੱਚ ਭੁੱਲਰ ਸਾਹਿਬ ਦਾ ਜਵਾਬ। ਫਿਰ ਗੱਲ ਜੇ ਭਾਸ਼ਾ ਵਰਤੋਗੇ ਤੇ ਫਿਰ ਮੈਂ ਵੀ ਸੁੱਖਾ ਗੱਪੀ ਆਖਾਂਗਾ, ਤੁਹਾਨੂੰ ਤਕਲੀਫ ਹੋ ਜਾਏਗੀ। ਮੈਂ ਕਿਹਾ ਉਹਨੇ ਫਿਰ ਡਿਵੈਲਪਮੈਂਟ ਕਰਾਈ। ਤੁਸੀਂ ਜੋ ਮਰਜ਼ੀ ਕਹੀ, ਉਹਨੇ ਫਿਰ ਡਿਵੈਲਪਮੈਂਟ ਕਰਾਈ ਪੰਜਾਬ ਦੀ। ਪੰਜਾਬ ਸਰਕਾਰ ਜਾਲ ਵਿਛਾਤਾ ਪੰਜਾਬ ਦੇ ਵਿੱਚ। ਪੰਜਾਬ ਦੇ ਤੁਹਾਨੂੰ ਮੈਡੀਕਲ ਹੈਲਥ ਜਿਹੜੀਆਂ ਸਹੂਲਤਾਂ ਹੀ ਉਹ ਦੇ ਦਿੱਤੀਆਂ, ਸਕੂਲ ਦਿੱਤੇ, ਜੁਡੀਸ਼ੀਅਲ ਕੰਪਲੈਕਸ ਦਿੱਤੇ। ਤੁਸੀਂ ਕੀ ਦਿੱਤਾ? 10 ਸਾਲ ਕੀ ਦਿੱਤਾ ਤੁਸੀਂ? ਉੱਥੇ ਕੇਂਦਰ ਦੇ ਵਿੱਚ ਤੁਹਾਡੀ ਸਰਕਾਰ ਸੀ, ਸਟੇਟ ਦੇ ਵਿੱਚ ਵੀ ਤੁਸੀਂ ਮੁੱਖ ਮੰਤਰੀ ਸੰਧੂ ਸਾਹਿਬ ਤੁਹਾਡਾ ਮੁੱਖ ਮੰਤਰੀ ਫੇਲੀਅਰ ਹੋ ਗਿਆ। ਜਿਹੜਾ ਰੰਗਲਾ ਪੰਜਾਬ ਸੀ, ਲਾਲ ਰੰਗ ਦਾ ਪੰਜਾਬ ਕਰਤਾ ਤੁਸੀਂ 8 ਮਹੀਨਿਆਂ ਦੇ ਵਿੱਚ। ਅੱਜ ਹਰ ਰੋਜ਼ ਓਵਰਡੋਜ਼ ਨਾਲ ਨੌਜਵਾਨ ਮਰ ਰਹੇ ਹੈ, ਰੋਜ਼ ਸਵੇਰ ਪੜ ਰਹੇ ਨੇ ਹਰ ਪਿੰਡ ਦੇ ਵਿੱਚ। ਅੱਜ ਕਿਸਾਨ ਜਿਹੜੇ ਸੁਸਾਈਡ ਕਰ ਰਹੇ ਨੇ, ਤੁਸੀਂ ਗੱਲਾਂ ਕਰਦੇ ਹੋ ਆਹ ਫਲਾਣਾ ਕੀਤਾ ਸੀਗਾ, 10 ਸਾਲ ਪਹਿਲਾਂ ਕੀਤਾ ਸੀਗਾ। ਤੁਸੀਂ ਜੋ ਉਨੀ ਤਬਾਹੀ ਤੇ ਪੰਜਾਬ ਦੀ 17 ਸਾਲਾਂ 'ਚ ਨਹੀਂ ਹੋਈ, 75 ਸਾਲਾਂ 'ਚ ਜਿੰਨੀ ਦੀ ਤਬਾਹੀ ਜਿਹੜੀ 8 ਮਹੀਨਿਆਂ 'ਚ ਕਰਕੇ ਰੱਖਤੀ ਹੈ। 8 ਮਹੀਨਿਆਂ ਦੀ ਪੰਜਾਬ ਉਹਨਾਂ ਕਰਜ਼ਾ ਦੇ 75 ਸਾਲਾਂ 'ਚ ਨਹੀਂ ਚੜਿਆ। ਜੇ ਸਪੀਨਾ ਦੀ ਕਰਜ਼ਾ ਦਾ 7 ਮਹੀਨਿਆਂ 'ਚ ਚੜਾਤਾ ਹੈ। ਓਕੇ ਲੁੱਟ ਕੇ ਖਾ ਗਏ ਤੁਸੀਂ ਪੰਜਾਬ ਨੂੰ। ਥੈਂਕ ਯੂ ਵੈਰੀ ਮਚ ਸੰਧੂ ਸਾਹਿਬ, ਤੁਹਾਡੀ ਗੱਲ ਵੀ ਆ ਗਈ। ਸੰਧੂ ਸਾਹਿਬ ਤੁਹਾਡੀ ਗੱਲ ਵੀ ਆ ਗਈ। ਪੰਜਾਬ ਨੂੰ ਤੁਸੀਂ ਲੋਕ ਆਪਾਂ ਫੇਰ ਇਸ ਮੁੱਦੇ ਲੁੱਟ ਕੇ ਸਾਰਾ ਦਿੱਲੀ ਲੁਟਾਈ ਜਾਂਦਾ ਤੁਸੀਂ। ਪੰਜਾਬ ਸਰ ਨੇ ਲੁੱਟਿਆ ਇਸ ਮੁੱਦੇ ਤੇ ਆਪਾਂ ਫੇਰ ਪੰਜਾਬ ਨੂੰ ਲੁੱਟ ਕੇ ਦਿੱਲੀ ਪਹੁੰਚਾਈ ਜਾਂਦਾ ਤੁਸੀਂ। ਮੈਂ ਇੱਕ ਬੇਨਤੀ ਕਰਦਾ ਤੁਹਾਨੂੰ, ਮੇਰੀ ਬੇਨਤੀ ਪਹਿਲੀਆਂ ਭਰਤੀਆਂ ਹੋਈਆਂ ਤਹਿਸੀਲਦਾਰਾਂ ਦੀਆਂ, ਉਹ 'ਚ ਪੈਸੇ ਖਾ ਗਏ। ਆਪਾਂ ਚੰਡੀਗੜ੍ਹ ਛੱਡ ਕੇ ਤਹਿਸੀਲਦਾਰਾਂ ਦੇ ਮੁੱਦੇ ਤੇ ਨਾ ਤੁਰ ਪਈਏ। ਮੇਰਾ ਪੂਰੇ ਇਤਮਾਨਾਨ ਨਾਲ ਸਵਾਲ ਸੁਣ ਲਓ। ਮੈਂ ਜਿਹੜੀ ਬੇਨਤੀ ਕਰਦਾ, ਜਦੋਂ ਤੁਸੀਂ ਕੇਂਦਰ ਨਾਲ ਗੱਠਜੋੜ ਕੀਤਾ ਸੀ, ਕੀ ਤੁਸੀਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵਿੱਚ ਮੰਤਰੀ ਬਣਾਉਣ ਵਾਸਤੇ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੰਤਰੀ ਬਣਾਉਣ ਵਾਸਤੇ ਉਹ ਗੱਠਜੋੜ ਕੀਤਾ ਸੀ? ਜਾਂ ਜਿਹੜੇ ਮੁੱਦੇ ਲਟਕਦੇ ਹੁੰਦੇ ਸਨ ਪੰਜਾਬ ਦੇ ਪਾਣੀਆਂ ਦੇ, ਪੰਜਾਬ ਦੇ ਤੁਸੀਂ ਕੀ ਗੱਠਜੋੜ ਕੀਤਾ ਕੇਜਰੀਵਾਲ ਨੇ? ਦੱਸੋ। ਜਿਹੜੇ ਜਾ ਕੇ 18 ਮਹਿਕਮੇ ਦੇ ਹੱਥਾਂ 'ਚ ਵੇਚ ਆਏ, ਜਿਨ੍ਹਾਂ ਨੇ ਚੱਡਾ ਜਿਹੜਾ ਹੈਗਾ ਉਹਨੂੰ ਆਪਣੇ ਸਿਰ ਤੇ ਬਿਠਾ ਲਿਆ, ਜਿਨ੍ਹਾਂ ਨੇ ਹਰ ਦਫ਼ਤਰ ਦੇ ਵਿੱਚ ਹਰ ਮੰਤਰੀ ਦੇ ਨਾਲ ਦੋ ਟੋਟਲ ਰੱਖੇ ਨੇ ਦਿੱਲੀ ਦੇ, ਜਿਹੜੇ ਤੁਹਾਨੂੰ ਅਪਰੋਚ ਕਰਦੇ ਆ। ਤੁਸੀਂ ਉਹ ਗੱਲ ਕਰੋ ਕਿ ਅੱਜ ਪੰਜਾਬ ਦੀ ਸਥਿਤੀ ਕੀ ਬਣਾ ਦੀ ਹੈ ਤੁਸੀਂ। ਯੂਪੀ ਬਿਹਾਰ ਦੇ ਭਈਏ ਲਿਆ ਕੇ ਤੁਸੀਂ ਨਾਲ ਬਿਠਾ ਲਿਆ ਆਪਣੇ, ਜਿਹੜੇ ਦਫ਼ਤਰ ਨੂੰ ਆਪਰੇਟ ਕਰ ਰਹੇ ਆ, ਜਿਹੜੇ ਤੁਹਾਡੇ ਮੁੱਖ ਮੰਤਰੀ ਨੂੰ ਆਪਰੇਟ ਕਰਦੇ ਆ, ਜਿਹੜੇ ਮੰਤਰੀ ਨੂੰ ਆਪਰੇਟ ਕਰਦੇ ਆ। ਤੁਹਾਡੇ ਮੰਤਰੀ ਦੀ ਕੈਪੈਸਿਟੀ ਕੋਈ ਨਹੀਂ ਹੈਗੀ, ਤੁਹਾਡੇ ਮੰਤਰੀ ਨੂੰ ਅਕਲ ਨਹੀਂ ਹੈ ਕੋਈ। ਜਾਂ ਪੜ੍ਹੇ ਲਿਖੇ ਨਹੀਂ। ਸਾਡੇ ਪੰਜਾਬ ਦੇ ਲੋਕ ਨੇ ਪੜ੍ਹੇ ਲਿਖੇ ਨਹੀਂ। ਜਿਹੜਾ ਤੁਸੀਂ ਉਹਨਾਂ ਨੂੰ ਦੇ ਦਿਓ ਪੰਜਾਬ ਵੇਚਦਾ। ਸਮਾਂ ਇਜਾਜ਼ਤ ਨਹੀਂ ਦੇ ਰਿਹਾ ਇਹਨਾਂ ਮੁੱਦਿਆਂ ਤੇ ਆਪਾਂ ਕਦੇ ਫੇਰ ਗੱਲਾਂ ਕਰਦੇ ਹੋ, ਫੇਰ ਰੱਖਾਂਗੇ ਕਦੇ ਜਾ ਕੇ ਕੇਜਰੀਵਾਲ ਕੋਲ ਵੀ ਕਰਜ਼ਾਈ ਬਣ ਗਏ ਤੁਸੀਂ। ਸਾਰਾ ਪੰਜਾਬ
ਤੁਹਾਡੇ ਦੋਨਾਂ ਦੇ ਵੀ ਬਣਨਗੇ। ਆਪਾਂ ਇਹਨਾਂ ਮੁੱਦਿਆਂ ਤੇ ਕਦੇ ਫੇਰ ਡਿਬੇਟ ਰੱਖਾਂਗੇ, ਫਿਰ ਮੌਕਾ ਮਿਲੇਗਾ, ਸਮਾਂ ਇਜਾਜ਼ਤ ਨਹੀਂ ਦੇ ਮੁੱਖ ਮੰਤਰੀ ਦੀ ਕੋਈ ਕ੍ਰੈਡੀਬਿਲਿਟੀ ਹੈ ਕਿ ਨਹੀਂ ਹੈ? ਕੋਈ ਪ੍ਰੋਟੋਕਾਲ ਹੈ ਮੁੱਖ ਮੰਤਰੀ ਦਾ ਕਿ ਨਹੀਂ ਹੈਗਾ? ਗੱਲ ਆ ਗਈ। ਕੋਈ ਮੁੱਖ ਮੰਤਰੀ ਦਾ ਪ੍ਰੋਟੋਕਾਲ ਹੈ ਕਿ ਨਹੀਂ ਹੈ? ਕੋਈ ਮੁੱਖ ਮੰਤਰੀ ਦਾ ਪ੍ਰੋਟੋਕਾਲ ਹੈ ਕਿ ਨਹੀਂ ਹੈ? ਢਿੱਲੋਂ ਸਾਹਿਬ ਆ ਗਿਆ ਵੀ ਗੱਡੀਆਂ ਪਿੱਛੇ ਲੰਘਦਾ ਰਹੂਗਾ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ, ਬਹੁਤ ਬਹੁਤ ਧੰਨਵਾਦ। ਵੱਡਾ ਮੁੱਦਾ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਚੰਡੀਗੜ੍ਹ ਦੀ, ਕਿਸ ਤਰੀਕੇ ਨਾਲ ਚੰਡੀਗੜ੍ਹ ਦੇ ਟੁਕੜੇ ਕਰਨ ਦੀ ਯੋਜਨਾ ਘੜੀ ਜਾ ਰਹੀ ਹੈ। ਹਰਿਆਣਾ ਹੁਣ ਮੰਗ ਰਿਹਾ ਹਿੱਸਾ ਕਿ ਸਾਨੂੰ ਵੱਖਰੀ ਜਿਹੜੀ ਵਿਧਾਨ ਸਭਾ ਬਣਾਉਣ ਦਾ ਅਧਿਕਾਰ ਤੇ ਜ਼ਮੀਨ ਦਿੱਤੀ ਜਾਵੇ। ਪੰਜਾਬ ਕਹਿੰਦਾ ਕਿ ਲਕੀਰ ਖਿੱਚ ਦਿਆਂਗੇ, ਹਰਿਆਣਾ ਨੂੰ ਜ਼ਮੀਨ ਨਹੀਂ ਮਿਲ ਸਕਦੀ। ਕਿਧਰੇ ਇਹ ਵੀ ਸਵਾਲ ਉੱਠ ਰਹੇ ਆ ਕਿ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹੈ ਜਾਂ ਮੌਜੂਦਾ ਸਰਕਾਰ ਦੀ ਚੁੱਪੀ ਦੇ ਉੱਤੇ ਵੀ ਉੱਠ ਰਹੇ ਸਵਾਲ। ਇਹਨਾਂ ਮਾਮਲਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਾਂ ਆਪਣੇ ਮਹਿਮਾਨਾਂ ਦੇ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਆਪਾਂ ਤੁਹਾਡੇ ਕੋਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।